ਮੈਂ ਖੜਾ ਆਈਆਈਟੀ ਰੋਪੜ ਪੰਜਾਬ ਦੇ ਅੰਦਰ ਤੇ ਮੈਂ ਗੱਲ ਕਰਨ ਜਾ ਰਿਹਾ ਆਈਆਈਟੀ ਰੋਪੜ ਦੇ ਜੋ ਡਾਇਰੈਕਟਰ ਸਾਹਿਬ ਨੇ ਰਾਜੀਵ ਆਹੂਜਾ ਜੀ। ਜਦੋਂ ਬੱਚਿਆਂ ਦੇ ਕੋਲ ਹੁੰਦੇ ਆ ਤਾਂ ਲੋਕ ਇਹਨਾਂ ਨੂੰ ਕਿਊਟ ਪ੍ਰੋਫੈਸਰ, ਪੂਕੀ ਪ੍ਰੋਫੈਸਰ, ਇਸ ਤਰ੍ਹਾਂ ਦੀਆਂ ਜੋ ਐਡਜੈਕਟਿਵਸ ਨੇ ਉਹ ਦਿੰਦੇ ਨੇ। ਡਿਗਰੀਆਂ ਦੇ ਰਹੇ ਸੀ ਜਦੋਂ ਸਰ ਨੂੰ ਚਸ਼ਮਾ ਪਹਿਨਾਉਂਦੇ ਆ, ਆਪ ਆਉਂਦੇ ਆ ਤੇ ਫਿਰ ਉਹ ਪੂਰਾ ਸਵੈਗ ਨਾਲ ਜਾਂਦੇ ਆ। ਜਿਹੜਾ ਕਨਵੋਕੇਸ਼ਨ ਹੈ ਇਹ ਇੱਕ ਫੈਸਟੀਵਲ ਹੈ। ਅੱਛਾ ਇਹ ਤੁਹਾਡੀ ਜ਼ਿੰਦਗੀ 'ਚ ਇੱਕ ਵਾਰ ਆਏਗਾ ਜੀ। ਹੈ। ਬੱਚਿਆਂ ਨੂੰ ਕੰਫਰਟੇਬਲ ਫੀਲ ਕਰਾਉਣ ਦੇ ਲਈ ਵੀ ਕਈ ਵਾਰ ਹੁੰਦਾ ਕਿ ਉਹਨਾਂ ਵਰਗੇ ਬਣ ਜਾਓ ਤਾਂ ਕਿ ਉਹਨਾਂ ਨੂੰ ਇਦਾਂ ਕੋਈ ਗੈਪ ਫੀਲ ਨਾ ਹੋਵੇ। ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਹੈ। ਉਹਨਾਂ ਦੇ ਵੇ ਨਾਲ ਚੱਲੋਗੇ ਜਾਂ ਉਹਨੂੰ ਐਜ਼ ਅ ਫਰੈਂਡ ਟ੍ਰੀਟ ਕਰੋਗੇ, ਦੇ ਵਿਲ ਗਿਵ ਯੂ ਬੈਕ। ਜੋ ਇਹ ਜਿਓਗ੍ਰਾਫੀ ਹੈ ਆਈਆਈਟੀ ਰੋਪੜ ਦੀ, ਇਹ ਰਿਸਰਚ ਦੇ ਰੂਪ ਦੇ ਵਿੱਚ ਖਾਸ ਕਰਕੇ ਐਗਰੀਕਲਚਰ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਇਸ ਪੂਰੇ ਏਰੀਏ ਨੂੰ ਐਨਰਿਚ ਕਰੇਗੀ। सिंपल है ना, क्योंकि पंजाब वाज नोन फॉर अ फूड बाउल ऑफ इंडिया। बिल्कुल। तो हमको एग्रीकल्चर वाला वो डेटा चाहिए, वो डेटा हमको यहाँ से मिलेगा। फिर उसके बेस पे हम एआई मॉडल्स बनाएंगे और उसके बाद हम ये प्रेडिक्शन एडवांस में कर पाएंगे कि हमारे फार्मर्स को कौन सी खेती लगानी है, कौन सा फर्टिलाइजर छिड़कना है, कौन सा पेस्टिसाइड छिड़कना है। ਟੈਕਨੋਲੋਜੀ ਓਬਲੀਕ ਏਆਈ ਔਰ ਐਗਰੀਕਲਚਰ ਦੀ ਗੱਲ ਹੋਏਗੀ ਤਾਂ ਆਈਆਈਟੀ ਰੋਪੜ ਦਾ ਨਾਮ ਸਭ ਤੋਂ ਉੱਪਰ ਆਏ। IIT रोपड़ हैव द मैक्सिमम। जी। मैं तो कहूँगा जो डीप टेक स्टार्टअप है इंडिया के, मे बी 20 to 30% डीप टेक स्टार्टअप इन एग्री टेक फॉर होल इंडिया इज फ्रॉम IIT। ਜਦੋਂ ਪੰਜਾਬ ਦੇ ਇੰਸਟੀਚਿਊਟ ਨੇ ਪੀਏਯੂ ਦੀ ਗੱਲ ਕਰਾਂ ਮੈਂ ਜਾਂ ਹੋਰ ਵੈਟਰਨਰੀ ਸਾਇੰਸਿਸ ਦੀ ਯੂਨੀਵਰਸਿਟੀ ਦੀ ਗੱਲ ਕਰਾਂ, ਇਹਨਾਂ ਨਾਲ ਕੋਲੈਬੋਰੇਸ਼ਨਸ ਕਿਸ ਤਰ੍ਹਾਂ ਚੱਲ ਰਹੀ ਹੈ? तो एग्रीकल्चर यूनिवर्सिटीज, एग्रीकल्चर इंस्टीट्यूशन जो हैं वो हमारे नॉलेज पार्टनर हैं। ਜਨਸੰਖਿਆ ਵੱਧ ਰਹੀ ਹੈ, ਜ਼ਮੀਨ ਸੁੰਗੜ ਰਹੀ ਹੈ ਨਾ, ਪਰ ਫੂਡ ਦੀ ਜੋ ਡਿਮਾਂਡ ਹੋਊਗੀ ਉਹ ਉसी स्पीड ਨਾਲ ਵਧੂਗੀ, जनसंख्या ਵਧेगी। हमको वर्टिकल फार्मिंग्स की भी बात करते हैं, वो कैसे कर सकते हैं जिसमें कम जगह यूज़ करके ज़्यादा, और प्रोडक्टिविटी कैसे बढ़ानी। ਤਾਂ ਨਾ ਆਈਆਈਟੀਸੀਸੀ ਵਾਸਤੇ ਜਾਣੀ ਜਾਂਦੀ ਸੀ ਕਿ ਇੰਨੇ ਦਾ ਪੈਕੇਜ ਲੱਗਦੇ ਆ ਬੱਚੇ ਦਾ, Package? ਬੱਚਾ ਪਲੇਸ ਹੋ ਜਾਏਗਾ, ਉਹ ਇੱਕ ਪੁਆਇੰਟ ਹੈ। ਤੁਸੀਂ ਕਿਉਂ ਮਲਟੀਨੈਸ਼ਨਲ ਅਦਰ ਕੰਪਨੀਆਂ 'ਚ ਕੰਮ ਕਰਨਾ ਚਾਹੁੰਦੇ ਹੋ? ਤੁਸੀਂ ਇੰਡੀਆ 'ਚ ਰਹਿ ਕੇ ਕੰਮ ਕਰੋ। ਜਿਹੜਾ ਤੁਸੀਂ ਗਿਆਨ ਸੀ ਜੋ ਵਿਦੇਸ਼ਾਂ 'ਚ ਲੈ ਕੇ ਜਾ ਰਹੇ ਹੋ, ਤੁਸੀਂ ਇੰਡੀਆ ਨੂੰ ਦਿਓ। ਜੋ ਇੰਡੀਅਨ ਆਰਮੀ ਹੈ ਜਾਂ ਡਿਫੈਂਸ ਸੈਕਟਰ ਹੈਗਾ ਉਸ ਨੂੰ ਕਿਵੇਂ ਕੰਪਨਸੇਟ? ਵਰਕ ਡਾਇਰੈਕਟਲੀ ਵਿਦ ਦ ਆਰਮ ਫੋਰਸਸ। ਵੀ ਆਰ ਵਰਕਿੰਗ ਵੈਰੀ ਸਟਰੋਂਗਲੀ ਵਿਦ ਵੈਸਟਰਨ ਕਮਾਂਡ ਔਰ ਨਾਰਥਰਨ ਕਮਾਂਡ ਐਂਡ ਵੀ ਆਰ ਡੂਇੰਗ ਕੰਸਟਰਕਸ਼ਨ ਫॉर them ਆਲਸੋ। ਉਹ ਜੋ ਡਿਪਰੈਸ਼ਨ ਲੈਵਲ ਹੈ ਉਹ ਤੁਹਾਨੂੰ ਕਿਉਂ ਲੱਗਦਾ ਕਿ ਇਦਾਂ ਆ ਰਿਹਾ ਬੱਚਿਆਂ ਦੇ ਵਿੱਚ? ਬੇਸਿਕਲੀ ਕੀ ਹੁੰਦਾ ਕਿ ਫੈਮਿਲੀ ਪ੍ਰੈਸ਼ਰ ਤੇ ਸੋਸਾਇਟੀ ਪ੍ਰੈਸ਼ਰ, ਲੈਟ them do what they want। ਬਟ ਜਿਹੜੇ ਰੈਂਕ ਤੋਂ ਬਾਹਰ ਨੇ ਜਾਂ ਜਿਹੜੇ ਆਈਆਈਟੀ ਦੇ ਵਿੱਚ ਵੀ ਕੋਈ ਸਟੱਡੀ ਕਰਨਾ ਚਾਹੁੰਦੇ ਆ, ਸੋ ਅਸੀਂ AI 'ਚ ਮਾਈਨਰ ਤੇ ਮੇਜਰ ਕੋਰਸ ਰਨ ਕਰਦੇ ਹਾਂ। ਅੱਛਾ। ਉਹਨੂੰ ਕੋਈ ਵੀ ਲੈ ਸਕਦਾ ਹੈ। ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼। ਮੈਂ ਹਾਂ ਦਲੀਪ ਸਿੰਘ। ਅਕਸਰ ਜਦੋਂ ਮੈਂ ਪੜ੍ਹਦਾ ਰਹਿੰਦਾ ਸੀ ਆਪਣੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ 'ਚ, ਜਾਂ ਮੇਰੇ ਵਰਗੇ ਤੁਸੀਂ ਬਹੁਤ ਸਾਰੇ ਲੋਕ ਜੋ ਪੜ੍ਹਦੇ ਰਹੇ ਹੋਵੋਗੇ, ਬਹੁਤ ਤਰ੍ਹਾਂ ਦੇ ਟੀਚਰਸ ਦੇ ਕੋਲ ਤੁਸੀਂ ਪੜ੍ਹੇ ਹੋਵੋਗੇ, ਬਹੁਤ ਪਿਆਰੇ, ਬਹੁਤ ਚੰਗੇ ਜਾਂ ਬਹੁਤ ਖੜੂਸ, ਮੈਂ ਇੱਦਾਂ ਕਹਿ ਲਵਾਂ। ਤਾਂ ਸਾਰੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਪ੍ਰੋਫੈਸਰ ਜ਼ਰੂਰ ਆਏ ਹੋਣਗੇ, ਟੀਚਰ ਜ਼ਰੂਰ ਆਏ ਹੋਣਗੇ। ਇਸ ਸਮੇਂ ਮੈਂ ਖੜਾ ਆਈਆਈਟੀ ਰੋਪੜ ਪੰਜਾਬ ਦੇ ਅੰਦਰ ਤੇ ਮੈਂ ਗੱਲ ਕਰਨ ਜਾ ਰਿਹਾ ਆਈਆਈਟੀ ਰੋਪੜ ਦੇ ਜੋ ਡਾਇਰੈਕਟਰ ਸਾਹਿਬ ਨੇ ਰਾਜੀਵ ਆਹੂਜਾ ਜੀ। ਇਹ ਨਾਮ ਇਹਨਾਂ ਦਾ, ਡਾਇਰੈਕਟਰ ਸਾਹਿਬ ਆਉਂਦੇ ਆ ਤਾਂ ਲੋਕ ਗੇਟ ਗੂਟ ਖੋਲ ਕੇ ਸਾਈਡ 'ਤੇ ਹੋ ਜਾਂਦੇ, ਸਲੂਟ ਮਾਰਨ ਲੱਗ ਜਾਂਦੇ, ਸਾਰੀ ਚੀਜ਼ਾਂ ਹੁੰਦੀਆਂ ਨੇ। ਪਰ ਜਦੋਂ ਬੱਚਿਆਂ ਦੇ ਕੋਲ ਹੁੰਦੇ ਆ ਤਾਂ ਲੋਕ ਇਹਨਾਂ ਨੂੰ ਕਿਊਟ ਪ੍ਰੋਫੈਸਰ, ਪੂਕੀ ਪ੍ਰੋਫੈਸਰ, ਇਸ ਤਰ੍ਹਾਂ ਦੀਆਂ ਜੋ ਐਡਜੈਕਟਿਵਸ ਨੇ ਉਹ ਦਿੰਦੇ ਨੇ। ਇਸ ਬਾਰੇ ਵੀ ਗੱਲ ਕਰਾਂਗੇ ਤੇ ਆਈਆਈਟੀ ਰੋਪੜ ਬਾਰੇ ਵੀ ਗੱਲ ਕਰਾਂਗੇ ਤੇ ਰਿਸਰਚ ਟੈਕਨੋਲੋਜੀ ਕਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਵੱਧ ਰਹੀ ਹੈ, ਕਿੰਨਾ ਇਹਦਾ ਫਾਇਦਾ ਹੋ ਰਿਹਾ ਲੋਕਾਂ ਨੂੰ। ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਆਈਆਈਟੀ ਰੋਪੜ ਦਾ ਜੋ ਕੈਂਪਸ ਹੈ ਉਹ AI ਇਨ ਐਗਰੀਕਲਚਰ 'ਤੇ ਕਿਵੇਂ ਕੰਮ ਕਰ ਰਿਹਾ, ਡਿਫੈਂਸ 'ਚ ਕਿਵੇਂ ਕੰਮ ਕਰ ਰਿਹਾ, ਇਸ ਤੋਂ ਇਲਾਵਾ PhD ਦਾ ਇੱਕ ਪ੍ਰੋਗਰਾਮ ਕਿਸ ਤਰ੍ਹਾਂ ਦਾ ਉਸ 'ਤੇ ਕਿਵੇਂ ਕੰਮ ਕਰ ਰਿਹਾ। ਬਹੁਤ ਸਾਰੀ ਗੱਲਾਂ ਅਸੀਂ ਕਰਾਂਗੇ। ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਨੂੰ ਨਾਰਾਜ਼ ਤਾਂ ਨਹੀਂ ਕੀਤਾ ਵੀ ਖੜੂਸ ਦਾ ਐਗਜ਼ਾਮਪਲ ਦੇ ਕੇ? ਖੜੂਸ ਤਾਂ ਖਾਲੀ ਪ੍ਰੋਫੈਸਰ ਹੀ ਨਹੀਂ, ਆਮ ਲੋਕ ਵੀ ਖੜੂਸ ਹੋ ਸਕਦੇ ਹਨ ਜੀ। ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਦੇਖੀਆਂ ਹੋਣਗੀਆਂ ਪਿਛਲੇ ਦਿਨਾਂ ਦੇ ਵਿੱਚ ਇਸੀ ਕੈਂਪਸ ਦੀਆਂ, ਜਿੱਥੇ ਡਾਇਰੈਕਟਰ ਸਾਹਿਬ ਬੱਚਿਆਂ ਨੂੰ ਡਿਗਰੀਆਂ ਦੇ ਰਹੇ ਸੀ। ਜਦੋਂ ਕਨਵੋਕੇਸ਼ਨ ਜਿਹਨੂੰ ਕਹਿੰਦੇ ਆਪਾਂ, ਡਿਗਰੀ ਵੰਡ ਸਮਾਰੋਹ, ਉਸ ਦੇ ਵਿੱਚ ਕਈ ਬੱਚੇ ਬੜੇ ਕੂਲ ਤਰੀਕੇ ਨਾਲ ਆਉਂਦੇ ਆ, ਸਰ ਨੂੰ ਚਸ਼ਮਾ ਪਹਿਨਾਉਂਦੇ ਆ, ਆਪ ਆਉਂਦੇ ਆ ਤੇ ਫਿਰ ਪੂਰਾ ਸਵੈਗ ਨਾਲ ਜਾਂਦੇ। ਅਕਸਰ ਇਸ ਤਰ੍ਹਾਂ ਚੀਜ਼ਾਂ ਘੱਟ ਦੇਖਣ ਨੂੰ ਮਿਲਦੀਆਂ ਨੇ। ਸਰ ਇਸੀ ਗੱਲ ਤੋਂ ਅਸੀਂ ਗੱਲ ਤੋਰ ਲਈਏ, ਤੁਸੀਂ ਜਿਸ ਤਰ੍ਹਾਂ ਤੁਹਾਡੀ ਏਜ ਹੈ, ਮੈਂ ਤੁਹਾਨੂੰ ਨੌਜਵਾਨ ਹੀ ਕਹਾਂਗਾ ਜਿਸ ਹਿਸਾਬ ਨਾਲ ਤੁਸੀਂ ਚੀਜ਼ਾਂ ਸੰਭਾਲਦੇ ਹੋ, ਬਟ ਨੌਜਵਾਨ ਬੱਚਿਆਂ ਦੇ ਨਾਲ ਜਦੋਂ ਤੁਸੀਂ ਹੁੰਦੇ ਹੋ
ਤਾਂ ਉਹ ਗੈਪ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦੇ ਹੋ? ਕਈ ਵਾਰ ਲੋਕ ਕਹਿੰਦੇ ਕਿ ਨਹੀਂ ਨਹੀਂ ਥੋੜਾ ਏਜਡ ਨੇ ਡਾਇਰੈਕਟਰ ਸਾਹਿਬ ਨੇ, ਥੋੜਾ ਜਿਹਾ ਉਸ ਤਰ੍ਹਾਂ ਪੇਸ਼ ਆਓ। ਨਹੀਂ, ਏਜ ਇਜ਼ ਜਸਟ ਅ ਨੰਬਰ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤਾਂ ਪਿਛਲੇ 30 ਸਾਲ ਤੋਂ ਬਾਹਰ ਰਹਿ ਰਿਹਾ ਜੀ ਤਾਂ ਉੱਥੇ ਸਟੂਡੈਂਟ ਔਰ ਫੈਕਲਟੀ 'ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਜੀ ਸਾਡੇ ਜਿਹੜੇ ਸਟੂਡੈਂਟ ਹੈ ਉਹ ਸਾਨੂੰ ਪਹਿਲੇ ਨਾਂ ਦੇ ਨਾਲ ਕਹਿ ਕੇ ਬੁਲਾਉਂਦੇ ਨੇ, ਵਿਦੇਸ਼ਾਂ 'ਚ ਤਾਂ ਇਦਾਂ ਹੀ ਹੁੰਦਾ। ਵਿਦੇਸ਼ ਇੰਜੀਨੀਅਰ ਨਾ, ਜੀ। ਤਾਂ ਫਿਰ ਸਾਡਾ ਗੈਪ ਵੀ ਹੂੰ ਬੜਾ ਘੱਟ ਹੁੰਦਾ ਹੈ। ਜਿਵੇਂ ਇੱਥੇ ਨਹੀਂ ਹੁੰਦਾ ਕਿ ਤੁਹਾਨੂੰ ਸਰ ਜਾਂ ਪ੍ਰੋਫੈਸਰ ਸਰ ਕਰਕੇ ਬਾਤ ਕरेंगे, ਤਾਂ ਉੱਥੇ ਉਹ ਗੈਪ ਰਹਿੰਦਾ ਨਹੀਂ ਹੈ। ਤਾਂ ਸਾਨੂੰ ਉਹ ਗੈਪ ਦੀ ਆਦਤ ਪਈ ਹੋਈ ਹੈ, ਅੱਛਾ ਕਿਉਂਕਿ ਮੈਂ ਪਿਛਲੇ 32-30 ਸਾਲਾਂ ਤੋਂ ਮੈਂ ਸਵੀਡਨ ਵਿੱਚ ਰਹਿ ਰਿਹਾ, ਹੂੰ ਤਾਂ ਉਹ ਕਲਚਰ ਸਾਡੇ ਅੰਦਰ ਵਸ ਗਿਆ ਹੈ। ਹਾਂ ਸੋ ਜਦ ਅਸੀਂ ਇੱਥੇ ਵੀ ਆ ਕੇ ਸਟੂਡੈਂਟ ਨਾਲ ਮਿਲਦੇ ਹਾਂ ਤਾਂ ਸਾਨੂੰ ਉਹ ਫੀਲਿੰਗ ਰਹਿੰਦੀ ਹੈ ਕਿ ਜਿਵੇਂ ਅਸੀਂ ਉੱਥੇ ਕਰਦੇ ਸੀ ਜਿਵੇਂ ਇੱਥੇ ਕਰਦੇ ਹਾਂ। ਹੂੰ ਜਿਹੜੇ ਤੁਸੀਂ ਪੂਕੀ ਪ੍ਰੋਫੈਸਰ ਹੋ ਜਿਹੜੀ ਗੱਲ ਕਰ ਰਹੇ ਹੋ, ਉਹ ਸਾਡਾ ਕਨਵੋਕੇਸ਼ਨ ਸੀਗਾ। ਜੀ ਜਨਰਲੀ ਕੀ ਹੁੰਦਾ ਹੈ ਕਿ ਜਿਹੜੇ ਡਿਫਰੈਂਟ ਇੰਸਟੀਟਿਊਸ਼ਨ ਵਿੱਚ ਕੀ ਹੁੰਦਾ ਹੈ, ਕਨਵੋਕੇਸ਼ਨ ਬੜਾ ਸੀਰੀਅਸ ਇਵੈਂਟ ਹੁੰਦਾ ਹੈ। ਜੀ ਜੀ ਤੁਸੀਂ ਕਲੈਪ ਵੀ ਨਹੀਂ ਕਰ ਸਕਦੇ ਹੋ, ਹੂੰ ਹੱਸਣਾ ਤਾਂ ਛੋੜ ਦਿਓ। ਹੂੰ ਤੋ ਜਦ ਇਹ ਬੱਚੇ ਆਏ ਮੇਰੇ ਕੋਲ ਤਾਂ ਮੈਨੂੰ ਪਹਿਲੇ ਕਹਿ ਦਿੱਤਾ ਸੀ ਕਿ ਇਹ ਜਿਹੜਾ ਕਨਵੋਕੇਸ਼ਨ ਹੈ ਇਹ ਇੱਕ ਫੈਸਟੀਵਲ ਹੈ, ਅੱਛਾ ਇਹ ਤੁਹਾਡੀ ਜ਼ਿੰਦਗੀ 'ਚ ਇੱਕ ਵਾਰ ਆਏਗਾ ਜੀ ਹੈ। ਤੁਹਾਨੂੰ ਇਹ ਫੈਸਟੀਵਲ ਜਾਂ ਇਵੈਂਟ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਜ਼ਿੰਦਗੀ ਭਰ ਯਾਦ ਰੱਖੋ, ਬਿਲਕੁਲ ਹੈ ਨਾ। ਇੰਪੋਰਟੈਂਟ ਪਾਰਟ ਹੁੰਦਾ ਲਾਈਫ। ਇੰਪੋਰਟੈਂਟ ਪਾਰਟ ਹੁੰਦਾ। ਜਿਵੇਂ ਤੁਸੀਂ ਕਦੇ ਡਿਗਰੀ ਲਈ ਹੋਣੀ, ਤੁਹਾਨੂੰ ਯਾਦ ਹੀ ਨਹੀਂ ਹੋਣਾ ਕਨਵੋਕੇਸ਼ਨ ਕਿਵੇਂ ਹੋਇਆ ਸੀ, ਜੀ ਜਾਂ ਕਨਵੋਕੇਸ਼ਨ ਦੀ ਡਿਗਰੀ ਲੈਣ ਗਏ ਹੀ ਨਹੀਂ ਹੋਣੇ ਕਿ ਘਰ ਆਈ ਜਾਏਗੀ, ਕੀ ਕਰਨਾ ਉੱਥੇ ਜਾ ਕੇ ਖੜੇ ਰਹਿਣਾ ਤੇ। ਬਿਲਕੁਲ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਹਨ ਉਹਨੂੰ ਯਾਦ ਰੱਖਣ ਆਪਣੀ ਜ਼ਿੰਦਗੀ ਭਰ ਕਿ ਮੈਂ ਉਸ ਕਨਵੋਕੇਸ਼ਨ ਵਿੱਚ ਮੈਨੂੰ ਐਨਜੀਓ ਡਿਗਰੀ ਮਿਲੀ ਸੀ ਤੇ ਮੈਂ ਡਾਇਰੈਕਟਰ ਸਾਹਿਬ ਨੂੰ ਇਹ ਕਿਹਾ ਸੀ ਤੇ ਡਾਇਰੈਕਟਰ ਸਾਹਿਬ ਨਾਲ ਮੈਨੂੰ ਕੰਫਰਟੇਬਲ ਫੀਲ ਕਰਾਇਆ ਸੀ। ਤਾਂ ਉਹਦੇ ਵਿੱਚ ਹੀ ਜਦ ਸਟੂਡੈਂਟ ਮੇਰੇ ਕੋਲ ਆਏ ਕਿ ਸਰ ਮੈਂ ਡਿਗਰੀ ਲੈਣੀ ਹੈ ਤੇ ਮੈਂ ਕਾਲਾ ਚਸ਼ਮਾ ਪਾ ਲਵਾਂ, ਤਾਂ ਮੈਂ ਕਿਹਾ ਪਾ ਲੈ ਬਈ। ਫਿਰ ਮੈਨੂੰ ਡਿਗਰੀ ਕਹਤਾ ਇੱਕ ਮੈਂ ਤੁਹਾਡੇ ਵਾਸਤੇ ਵੀ ਲਿਆਇਆ, ਤੁਸੀਂ ਉਹ ਪਾ ਲੋਗੇ? मैंने कहा पा लांगे। तो इस तरह से वो पहला स्टेप स्टार्ट होया। और लोग मेरे को पूछते हैं कि यह प्री प्लान सी, मैं क्या प्री प्लान नहीं होता है कुछ, वो एकदम मोमेंटनली हो जाता है। कोई चीज़ें इस तरह दी ਅਸੀਂ ਕੋਈ प्री प्लान नहीं करते हैं। तो ਅਸੀਂ ਵੀ ਚਾਹੁੰਦੇ ਸੀ ਕਿ ਸਟੂਡੈਂਟ ਨੇ ਵੈਰੀ ਜਦ ਸਟੂਡੈਂਟ ਆਈਆਈਟੀ ਚਾਹੁੰਦੇ ਨੇ ਦੇ ਵਰਕ ਵੈਰੀ ਹਾਰਡ। ਜੀ ਜਦੋਂ ਆਈਆਈਟੀ ਦੇ ਬੱਚੇ ਪੜ੍ਹਦੇ ਨੇ ਹਨਾ, ਤੁਸੀਂ ਡਾਇਰੈਕਟਰ ਸਾਹਿਬ ਹੋ, ਸਾਰੀ ਚੀਜ਼ਾਂ ਨੇ, ਬੱਚਿਆਂ ਨੂੰ ਕੰਫਰਟੇਬਲ ਫੀਲ ਕਰਾਉਣ ਦੇ ਲਈ ਵੀ ਕਈ ਵਾਰ ਹੁੰਦਾ ਕਿ ਉਹਨਾਂ ਵਰਗੇ ਬਣ ਜਾਓ ਤਾਂ ਕਿ ਉਹਨਾਂ ਨੂੰ ਇਦਾਂ ਕੋਈ ਗੈਪ ਫੀਲ ਨਾ ਹੋਵੇ। ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਨੂੰ ਜਿਹੜੀ ਇਹ ਜਨਰੇਸ਼ਨ ਹੈ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਹੈ। ਜੀ ਐ ਨਹੀਂ ਕਹਿਣਾ ਕਿ ਸਾਡੇ ਜ਼ਮਾਨੇ 'ਚ ਇੰਜ ਹੁੰਦਾ ਸੀ, ਹੁਣ ਇਹ ਹਮੇਸ਼ਾ ਇਹੀ ਹੁੰਦਾ ਕਿ ਸਾਡੇ ਜ਼ਮਾਨੇ 'ਚ ਇੰਜ ਹੁੰਦਾ ਸੀ। ਤਾਂ ਇਹ ਜਨਰੇਸ਼ਨ ਡਿਫਰੈਂਟ ਹੈ। ਸੋ ਅਗਰ ਤੁਸੀਂ ਜਨਰੇਸ਼ਨ ਨੂੰ ਉਹਨਾਂ ਦੇ ਵੇ ਨਾਲ ਚੱਲੋਗੇ ਜਾਂ ਉਹਨੂੰ ਐਜ਼ ਅ ਫਰੈਂਡ ਟ੍ਰੀਟ ਕਰੋਗੇ, ਦੇ ਵਿਲ ਗਿਵ ਯੂ ਬੈਕ। ਜੀ ਉਹ ਤੁਹਾਨੂੰ ਇੰਨਾ ਦੇਣਗੇ, ਫਿਰ ਤੁਸੀਂ ਕਹੋਗੇ ਕਿ ਉਹ ਪੁਰਾਣੇ ਜ਼ਮਾਨੇ 'ਚ ਸਟੂਡੈਂਟ ਇੰਜ ਨਹੀਂ ਹੁੰਦੇ ਸੀ, ਇਹ ਤਾਂ ਬੜੇ ਚੰਗੇ ਸਟੂਡੈਂਟ ਹਨ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਇਸ ਕਨਵੋਕੇਸ਼ਨ ਵਿੱਚ ਜਦ ਅਸੀਂ ਇਹ ਸਾਰਾ ਕੁਝ ਕੀਤਾ ਜੀ, ਤਾਂ ਇਸ ਕਨਵੋਕੇਸ਼ਨ ਇਹ ਪਹਿਲਾ ਕਨਵੋਕੇਸ਼ਨ ਸੀ ਮੇਰਾ ਲਾਸਟ 5 ਕਨਵੋਕੇਸ਼ਨ ਵਿੱਚ, ਜਿਹਨਾਂ ਮੈਕਸਿਮਮ ਬੱਚਿਆਂ ਨੇ ਮੇਰੇ ਪੈਰ ਛੂਏ। ਅੱਛਾ। ਉਹਨਾਂ ਮੈਨੂੰ ਆਖਿਆ ਕਿ ਤੁਸੀਂ ਇਹ ਕਰ ਦਿਓ, ਤਾਂ ਉਸ ਤੋਂ ਬਾਅਦ ਮੇਰੇ ਉਹ ਪੈਰ ਛੂ ਕੇ ਜਾਂਦੇ ਨੇ। ਹੁਣ ਮੈਨੂੰ ਜਿੱਥੇ ਵੀ ਮੈਨੂੰ ਬੱਚੇ ਮਿਲਦੇ ਨੇ, ਜੇ ਅਸੀਂ ਵੀਡੀਓ ਵੀ ਦੇਖ ਰਹੇ ਸੀ, ਬੱਚਾ ਆਂਦਾ ਹੈ ਪੂਰਾ ਪੁਸ਼ ਅਪ ਕਰਦਾ, ਪੈਰ ਵੀ ਛੂੰਦੇ ਨੇ, ਬਾਅਦ ਹੀ ਪੈਰ ਛੂਕੇ। ਹੁਣ ਜਿਹੜੇ ਵੀ ਮੇਰੇ ਕੋਲ ਬੱਚੇ ਆਉਂਦੇ ਨੇ, ਮੈਂ ਕੱਲ ਸੀ ਪੰਜਾਬ ਸਾਇੰਸ ਕਾਂਗਰਸ ਦੀ ਚੰਡੀਗੜ੍ਹ ਵਿੱਚ, ਤਾਂ ਮੈਂ ਉੱਥੇ ਗਿਆ। ਜਦ ਮੇਰੀ ਟਾਕ ਖਤਮ ਹੋਈ ਤਾਂ ਇਵੈਂਟ ਦੇ ਖਤਮ ਹੋਣ ਦੇ ਬਾਅਦ उन्होंने मेरे आकल पैर छुए और कहने लगे सर थोड़े नाल फोटो खिंचवानी है। फिर मैंने कुछ करना था नहीं, कह रहे सर इंज कर दो, कोरियन हार्ट, आजकल चले कोरियन हार्ट, तो इंज कर दो। तो पहले हम एक पैर छूंदे ਹੁਣ ਜਿਵੇਂ ਅਸੀਂ ਕਈ ਦੂਸਰੀ ਆਈਆਈਟੀ ਤੇ ਜਾਂਦੇ ਆ ਜਾਂ ਕਿਸੇ ਇੰਸਟੀਟਿਊਸ਼ਨ ਤੇ ਜਾਂਦੇ ਹਨ, ਤਾਂ ਰਸਤੇ 'ਚ ਬੱਚੇ ਮਿਲ ਜਾਣਗੇ, ਕਹਾਂਗੇ ਤੁਸੀਂ ਉਹ ਪ੍ਰੋਫੈਸਰ ਹੋ ਨਾ, ਉਹ ਫਿਰ ਮੇਰੇ ਨਾਲ ਚੱਲਣਗੇ, ਪੁੱਛਦੇ ਰਹਿਣਗੇ। ਫਿਰ ਜਦ ਮੈਂ ਕਹਿ ਰਿਹਾ ਹੁਣ ਮੈਂ ਜਾ ਰਿਹਾ ਕਿ ਸਰ ਇੱਕ ਫੋਟੋ ਖਿਚਵਾ ਲੀजिए। तो इवन आई वॉज वॉकिंग इन द स्ट्रीट इन जयपुर, हम फैमिली के साथ गए थे। तो 2-3 बच्चे आए कि सर आपने आपका वीडियो देखा था, आप वही प्रोफेसर हो ना? मैंने कहा हाँ सर, एक फ़ोटो खिंचवानी है। सो वी आर मेकिंग देम फ्रेंड, दे आर ओपनिंग टू अस एंड दे आर गिविंग बैक टू अस आल्सो। राइट। तो उनको डील करना है यंग जनरेशन को, तो उनके जैसा बनना पड़ेगा। आजकल ना ਅਸੀਂ ਸੋਸ਼ਲ ਮੀਡੀਆ ਫੋਲੋ ਕਰ ਰਹੇ ਹਾਂ, ਬਹੁਤ ਜ਼ਿਆਦਾ ਅਸੀਂ ਉਸ ਤੇ ਰਹਿੰਦੇ ਹਾਂ। ਮਤਲਬ ਕਿ ਇੱਕ ਜੋ ਮੇਰੀ ਏਜ ਤੋਂ ਥੋੜੇ ਜ਼ਿਆਦਾ ਨੇ ਜਾਂ ਮੇਰੇ ਬਰਾਬਰ ਨੇ, ਉਹ ਜਿਹੜੇ 2000 ਦੇ ਅਰਾਊਂਡ ਪੈਦਾ ਹੋਏ ਬੱਚੇ ਨਾ, ਉਹ ਕਹਿੰਦੇ ਇਨ ਜੈਨਜ਼ੀਓ ਕੋ ਕੌਣ ਸੰਭਾਲੇ, ਹੈ ਨਾ? ਤੁਸੀਂ ਤਾਂ ਹੁਣ ਕਈ ਜੈਨਜ਼ੀਆਂ ਸੰਭਾਲ ਲੀਆਂ ਨਾ, ਤੇ ਉਹ ਜੈਨਜ਼ੀ ਨੂੰ ਸੰਭਾਲਣ ਦਾ ਮਤਲਬ ਕਿ ਜੋ ਮੀਮਸ ਚੁਟਕਲੇ ਬਣ ਰਹੇ ਹੈ, ਉਹ ਕੋਈ ਰੀਜ਼ਨ ਹੈ ਜਾਂ ਸਿਰਫ ਮਜ਼ਾਕ ਤੱਕ ਹੀ ਹੈ ਜਾਂ ਵਾਕਈ ਗੈਪ ਹੈ ਜਨਰੇਸ਼ਨ 'ਚ? ਨਹੀਂ, ਗੈਪ ਤਾਂ ਹਮੇਸ਼ਾ ਹੀ ਹੁੰਦਾ ਜਨਰੇਸ਼ਨ ਦੇ ਵੀ। ਤੁਹਾਡੇ ਫਾਦਰ ਸਾਹਿਬ ਵਿੱਚ ਤੇ ਤੁਹਾਡੇ 'ਚ ਗੈਪ ਹੈ, ਉਹ ਤਾਂ ਹਮੇਸ਼ਾ ਹੀ ਰਹੇਗਾ ਇੱਕ ਜਨਰੇਸ਼ਨ। ਔਰ ਜੇ ਸਾਨੂੰ ਇਹ ਪਿਛਲੀ ਸੋਚਦੀ ਜਨਰੇਸ਼ਨ ਕਿ ਅਸੀਂ ਜ਼ਿਆਦਾ ਇੰਟੈਲੀਜੈਂਟ ਹਾਂ, ਇਹ ਨਹੀਂ ਸੋਚਣਾ
ਤੁਸੀਂ ਸੋਚਣਾ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਉਹ ਸਾਡੇ ਤੋਂ ਜ਼ਿਆਦਾ ਸਮਾਰਟ ਹੈ ਤਾਂ ਹੀ ਉਹਦੇ ਤੁਸੀਂ ਕੋਲ ਜ਼ਿਆਦਾ ਸਿੱਖੋ। ਉਹ ਚੀਜ਼ਾਂ ਉਹ ਤਾਂ ਹੈਗੀ ਬਈ ਬਈ ਤੁਸੀਂ ਕਹੋ ਕਿ ਅਸੀਂ ਤੁਸੀਂ ਪੈਦਾ ਹੋਏ ਸੀ ਤੁਹਾਡੇ ਕੋਲ ਕਿ ਮੋਬਾਈਲ ਫੋਨ ਸੀ ਨਹੀਂ ਸੀ ਨਾ ਇਹ ਜਨਰੇਸ਼ਨ ਤਾਂ ਮੋਬਾਈਲ ਦੇ ਫੋਨ ਦੇ ਨਾਲ ਬਿਲਕੁਲ, ਪੈਦਾ ਹੁੰਦੀ ਹੈ ਬਿਲਕੁਲ, ਤਾਂ ਉਹਦਾ ਵਿਜ਼ਨ ਸੋਸ਼ਲ ਮੀਡੀਆ ਉਸ ਵਕਤ ਇੰਨਾ ਸੀ ਨਹੀਂ ਸੀ ਤਾਂ ਹੁਣ ਇੰਨਾ ਸੋਸ਼ਲ ਮੀਡੀਆ ਹੈਗਾ ਤਾਂ ਉਹ ਲੋਕ ਨੂੰ ਕਨੈਕਟ ਕਰਨ ਵਾਸਤੇ ਉਹਨਾਂ ਦੇ ਜ਼ਿਆਦਾ ਉਹਨਾਂ ਦੇ ਆਕਾ ਨਹੀਂ ਬਣਨਾ ਪੈਣਾ ਸਾਨੂੰ ਬਿਲਕੁਲ ਬਿਲਕੁਲ ਤਾਂ ਅਸੀਂ ਆਪਣੀ ਜੈਨਜੀ ਜਨਰੇਸ਼ਨ ਤੋਂ ਵੀ ਸਿੱਖ ਸਕਦੇ ਹਾਂ ਬਿਲਕੁਲ ਬਈ ਟੀਚਰ ਉਹ ਹੈ ਜਿਹੜਾ ਐਨਾ ਸੇ ਕਿ ਮੈਂ ਕੇਵਲ ਟੀਚ ਕਰਨਾ ਮੈਨੂੰ ਕੋਈ ਨਹੀਂ ਗਿਆਨ ਦੇ ਸਕਦਾ ਤੁਸੀਂ ਆਪਣੇ ਸਟੂਡੈਂਟ ਤੋਂ ਵੀ ਗਿਆਨ ਲੈ ਸਕਦੇ ਹੋ ਬਿਲਕੁਲ। ਹੁਣ ਜਿਹੜੀ ਯੰਗ ਜਨਰੇਸ਼ਨ ਹੈ ਉਹ ਸਾਡੇ ਤੋਂ ਜ਼ਿਆਦਾ ਜਾਣਦੀ ਹੈ ਇਹਨੂੰ ਐਕਸੈਪਟ ਕਰਨਾ ਐਕਸੈਸ ਉਸ ਕੋਲ ਜ਼ਿਆਦਾ ਹੈ ਦੁਨੀਆ ਦਾ ਉਹ ਹੈ ਹੀ। ਇੱਕ ਚੀਜ਼ ਹੋਰ ਸਰ ਕਿਉਂਕਿ ਹੁਣ ਅਸੀਂ ਆਈਟੀ ਰੋਪੜ ਦੇ ਵਿੱਚ ਖੜੇ ਆ ਪੰਜਾਬ ਦੀ ਧਰਤੀ ਤੇ ਜਦੋਂ ਕੈਂਪਸ ਬਣਿਆ ਇਸ ਦਾ ਪੰਜਾਬ ਲਈ ਮਾਇਨੇ ਕੀ ਨੇ ਲੌਂਗ ਰਨ ਦੇ ਫਿਊਚਰ ਦੇ ਵਿੱਚ भाई दिस इज ऑल्दो ये आईआईटी जो बना है भाई हमारे 23 आईआईटीज हैं जी। तो इस मतलब 23 डिस्ट्रिक्ट में 23 पूरे इंडिया में कितने डिस्ट्रिक्ट जी। हैं और पंजाब में भी कितने डिस्ट्रिक्ट हैं उसमें रोपड़ में है तो ये है कि हमारे लिए भी एक प्राउड का मोमेंट है और एक पंजाब के लिए भी प्राउड क्या है क्योंकि जो आईआईटी रोपड़ जो काम करती है उसका ये विजन रहता है कि हमारी जो एज ए सोशल रिस्पॉन्सिबिलिटी क्या है जी जो सोशल रिस्पॉन्सिबिलिटी क्या है जो मेरे पंजाब में मेरे जो लोग हैं उनको कैसे मुझे हेल्प करनी है जी टेक्नोलॉजी की तरफ से रिसर्च की तरफ से सोशल बेनिफिट कैसे मैं जो अपना जो ज्ञान है मैं इन स्पेशली इन पंजाब में कैसे दे सकता ਇੱਕ हूँ ਮੈਂ ਹੁਣੀ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਸ ਤੋਂ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਐਗਰੀਕਲਚਰ ਐਂਡ ਏਆਈ ਦਾ ਜੋ ਸੁਮੇਲ ਬਣਾਇਆ ਹੈ ਕਿਉਂਕਿ ਅਸੀਂ ਇਸ ਲੈਂਡ ਤੇ ਖੜੇ ਆ ਮੇਰੇ ਕੁਝ ਹੀ ਕਿਲੋਮੀਟਰ ਦੂਰ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਥੋੜੀ ਕਿਲੋਮੀਟਰ ਜਾਵਾਂਗੇ ਤਾਂ ਅਸੀਂ ਜੰਮੂ ਕਸ਼ਮੀਰ ਵੀ ਸ਼ੁਰੂ ਹੋ ਜਾਏਗਾ ਔਰ ਹਰਿਆਣਾ ਵੀ ਔਰ ਪੰਜਾਬ ਵੀ ਹੈ ਜੋ ਇਹ ਜਿਓਗ੍ਰਾਫੀ ਹੈ ਆਈਆਈਟੀ ਰੋਪੜ ਦੀ ਇਹ ਰਿਸਰਚ ਦੇ ਰੂਪ ਦੇ ਵਿੱਚ ਖਾਸ ਕਰਕੇ ਐਗਰੀਕਲਚਰ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਇਸ ਪੂਰੇ ਏਰੀਏ ਨੂੰ ਐਨਰਿਚ ਕਰੇਗੀ देखो जैसे ਅਸੀਂ ਗਵਰਨਮੈਂਟ ਆਫ ਇੰਡੀਆ ਨੇ ਕਿ 3 ਮੇਨ ਸੈਕਟਰ ਦੇ ਵਿੱਚ ਏਆਈ ਦਾ ਐਪਲੀਕੇਸ਼ਨ ਵਾਸਤੇ 3 ਗ੍ਰਾਂਟ ਦਿੱਤੀਆਂ ਨੇ ਵਿੱਚ ਜੀ 330 ਕਰੋੜ ਦੀ ਈਚ ਹੈ ਜੀ ਤਾਂ ਉਹਨਾਂ ਨੇ ਇੱਕ ਏਰੀਆ ਚੁਣਿਆ ਐਗਰੀਟੈਕ ਜੀ ਇੱਕ ਏਰੀਆ ਚੁਣਿਆ ਨਾ ਸਮਾਰਟ ਸਿਟੀ ਤੇ ਇੱਕ ਹੈਲਥ ਕੇਅਰ ਜੀ ਇਹ ਤਿੰਨੋਂ ਬਿਗ ਇਸ਼ੂ ਹਨ ਇੰਡੀਆ ਵਾਸਤੇ ਤਾਂ ਐਗਰੀਕਲਚਰ ਦਾ ਸਾਨੂੰ ਆਈਆਈਟੀ ਰੋਪੜ ਨੂੰ ਦਿੱਤਾ है अच्छा पूरे इंडिया च पूरे आईआईटी पूरे इंडिया Okay, वी हैव 23 आईआईटीज हैं तो उसमें से एक आईआईटी रोपड़ को एग्रीकल्चर का दिया है Okay. जैसे स्मार्ट सिटी का उन्होंने दिया आईआईटी कानपुर को ठीक है तो हमारा एग्रीकल्चर का है क्योंकि एग्रीकल्चर पंजाब के लिए वेरी इंपॉर्टेंट है और वेरी सिंपल है ना क्योंकि पंजाब वाज नोन फॉर अ फूड बाउल ऑफ इंडिया बिल्कुल तो पंजाब में जो धरती है जो हमारे जो किसान हैं जो खेती कर रहे हैं दे आर फीलिंग होल इंडिया एक्चुअली जी सो इस तरह का सेंटर यहाँ लाने से क्या है कि हम अपने किसानों को जो पंजाब में फॉर एग्जांपल तो उनको जो खेती में वो एआई कैसे यूज़ कर सकते हैं कैसे वो प्रोडक्टिविटी बढ़ा सकते हैं जी और कैसे वो फर्टिलाइज़र का कम यूज़ कर सकते हैं और कैसे वो लेस पेस्टिसाइड यूज़ कर सकते हैं जी तो उसको एआई से हम मॉनिटर करेंगे वेदर फोरकास्ट है हम अगर मेरे किसान को हम एक हफ्ता 2 हफ्ते पहले बता दें कि आज बरसात होने वाली है तुमको ये करना है आज पानी नहीं लगाना है या आज पेस्टिसाइड छिड़कने हैं आज नहीं छिड़कने हैं तो वो उसको हम एडवांस में बता सकते हैं उसके लिए क्या चाहिए हमको डेटा चाहिए जी तो हमको एग्रीकल्चर वाला वो डेटा चाहिए वो डेटा हमको यहाँ से मिलेगा फिर उसके बेस पे हम एआई मॉडल्स बनाएंगे और उसके बाद हम ये प्रेडिक्शन एडवांस में कर पाएंगे कि हमारे फार्मर्स को कौन सी खेती लगानी है कौन सा फर्टिलाइजर छिड़कना है कौन सा पेस्टिसाइड छिड़कना है ये सब करना ਮਤਲਬ ਇਹ ਮੰਨ ਕੇ ਚੱਲੀਏ ਕਿ ਪੂਰੇ ਇੰਡੀਆ ਦੇ ਵਿੱਚ ਜਦੋਂ ਵੀ ਟੈਕਨੋਲੋਜੀ ਓਬਲੀਕ ਏਆਈ ਔਰ ਐਗਰੀਕਲਚਰ ਦੀ ਗੱਲ ਹੋਏਗੀ ਤਾਂ ਆਈਆਈਟੀ ਰੋਪੜ ਦਾ ਨਾਮ ਸਭ ਤੋਂ ਉੱਪਰ ਆਏਗਾ एग्रीकल्चर इज अगर तुसी देखो वी हैव 23 आईआईटीज जी on 23 आईआईटीज में ओनली आईआईटी रोपड़ इज वर्किंग इन एआई इन एग्रीकल्चर जी सो आप नंबर ऑफ स्टार्टअप भी देखोगे हमारे इन एग्रीटेक में आईआईटी रोपड़ हैव द मैक्सिमम जी मैं तो कहूँगा जो डीप टेक स्टार्टअप है इंडिया के मे बी 20 to 30% डीप टेक स्टार्टअप इन एग्रीटेक फॉर होल इंडिया इज फ्रॉम आईआईटी रोपड़ ਫਿਰ ਇਹ ਇੱਕ ਤਾਂ ਇਹ ਵੀ ਜੋ ਮੈਨੂੰ ਤੁਸੀਂ ਕਰੈਕਟ ਵੀ ਕਰ ਸਕਦੇ ਹੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਲੰਬਾ ਪੁਰਾਣਾ ਉਹਦਾ ਇਤਿਹਾਸ ਹੈਗਾ ਲੁਧਿਆਣੇ ਦੀ ਹੁਣ ਆਈਆਈਟੀ ਦੇ ਵਿੱਚ ਜੇ ਐਗਰੀਕਲਚਰ ਦੇ ਉੱਪਰ ਹਾਲਾਂਕਿ ਬਹੁਤ ਸਾਰੇ ਕੋਰਸਿਸ ਇੱਥੇ ਹੁੰਦੇ ਆ ਜਦੋਂ ਪੰਜਾਬ ਦੇ ਇੰਸਟੀਚਿਊਟ ਨੇ ਪੀਏਯੂ ਦੀ ਗੱਲ ਕਰਾਂ ਮੈਂ ਜਾਂ ਹੋਰ ਵੈਟਰਨਰੀ ਸਾਇੰਸਿਸ ਦੀ ਯੂਨੀਵਰਸਿਟੀ ਦੀ ਗੱਲ ਕਰਾਂ ਹੋਰ ਟੈਕਨੀਕਲ ਇੰਸਟੀਚਿਊਟਸ ਦੀ ਗੱਲ ਕਰਾਂ ਇਹਨਾਂ ਦੇ ਨਾਲ ਕੋਲੈਬੋਰੇਸ਼ਨਸ ਕਿਸ ਤਰ੍ਹਾਂ ਚੱਲ ਰਹੀ ਆਈਟੀ तो भाई जिवें जानू सानू ਇਹ ਪ੍ਰੋਜੈਕਟ ਮਿਲਿਆ ਸੀ AICOE ਜੀ ਸੋ ਸਾਡੀ ਕਈ ਪਾਰਟਨਰ ਯੂਨੀਵਰਸਿਟੀਆਂ ਜਿਹਨੂੰ ਅਸੀਂ ਕਹਿੰਦੇ हैं नॉलेज पार्टनर जी सो एग्रीकल्चर यूनिवर्सिटीज़ एग्रीकल्चर इंस्टीट्यूशन जो हैं वो हमारे नॉलेज पार्टनर हैं जी तो नॉलेज पार्टनर का मतलब क्या है कि IITs are not known for agriculture. We are more for technology. So we want to integrate the learning of agriculture with AI.
because IITs are technology, so we are expert in AI, जी. and then we can take this people working in agriculture and combine AI people and agriculture people and how we can help them. जैसे कि हमको soil test करना है, या किसान का सबसे बड़ा प्रॉब्लम है उसकी soil testing का है. How we can use AI there? क्योंकि how we can do is soil testing in a cheap and a faster way and accurate way. तो जिससे कि उसकी फसल पूरी soil के ऊपर डिपेंड करती है और किस, जैसे कभी क्या होता है कि हमारी ये एक soil पूरा खेत है जी मुझे खेत के कुछ पार्ट में ही मुझे नाइट्रोजन की कमी है, वहाँ मुझे यूरिया डालना है जी बट मुझको उसको पता नहीं है, मैं पूरे खेत में यूरिया डाल देता हूँ. तो उसको मिनिमाइज कैसे करना है, तो उसके लिए जो फसल के बारे में हमारा जो ज़्यादा ज्ञान है वो एग्रीकल्चर यूनिवर्सिटी, जैसे पंजाब का आपने पंजाब एग्रीकल्चर यूनिवर्सिटी का नाम लिया है और अभी हम काफ़ी उसके साथ भी काम कर रहे हैं. गुरु अंगद देव गुरवासो यूनिवर्सिटी है क्योंकि हम वेटनरी इज आल्सो पार्ट ऑफ एग्री, तो उनके साथ भी काम कर रहे हैं. तो वी आर वर्किंग लॉट ऑफ दिस एग्रीकल्चर रिसर्च इंस्टीट्यूशन जो गवर्नमेंट ऑफ इंडिया के हैं, दिल्ली में है और ऑल ओवर इंडिया में है, तो उनके साथ हम मिलके काम करते हैं. ਤੁਸੀਂ ਟੈਕਨੀਕ ਦੀ ਗੱਲ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਡੀ ਜਨਸੰਖਿਆ ਹੈ ਉਹ ਹੁਣ ਤਾਂ 140 ਕਰੋੜ ਕਹਿ ਹੀ ਰਹੇ, ਹੋ ਸਕਦਾ 150 ਕਰੋੜ ਪਾਰ ਹੋ ਜਾਏ ਆਉਣ ਵਾਲੇ ਸਾਲਾਂ ਦੇ ਵਿੱਚ. ਜਨਸੰਖਿਆ ਵਧ ਰਹੀ ਹੈ, ਜ਼ਮੀਨ ਸੁੰਗੜ ਰਹੀ ਹੈ ਹੈਨਾ, ਪਰ ਫੂਡ ਦੀ ਜੋ ਡਿਮਾਂਡ ਹੋਊਗੀ ਉਹ ਉਸੇ ਸਪੀਡ ਨਾਲ ਵਧੂਗੀ ਜਿਵੇਂ ਜਨਸੰਖਿਆ ਵਧੇਗੀ. ਉਸ ਦੇ ਵਿੱਚ AI ਐਗਰੀਕਲਚਰ ਔਰ ਟੈਕਨੀਕ ਕਿਸ ਤਰ੍ਹਾਂ ਉਹਨੂੰ ਕੰਪਨਸੇਟ ਕਰ ਸਕਦੀ ਹੈ? भाई मुझे अपने खेत ओवर जाएंगे या खेत काम हो जाएंगे जी है ना, लैंड इज श्रिंकिंग ना. यस. तो उसमें हमको वर्टिकल फार्मिंग्स की भी बात करते हैं, वो कैसे कर सकते हैं जिसमें कम जगह यूज़ करके ज़्यादा, और प्रोडक्टिविटी कैसे बढ़ानी है. जैसे मैंने आपको फर्टिलाइजर तो ज़्यादा यूज़ कितने बिना कितने बिना, क्योंकि इन द एंड किसान शुड बी बेनिफिटेड ना जी. तो कौन सी हमें फसल उगानी चाहिए है, कब जो पेस्टिसाइड मुझे छिड़कना है. कभी कभी क्या होता है कि जो एक कीट मेरे खेत में आए हुए हैं, मे बी दैट्स आर हेल्पफुल फॉर माई फसल जी, बट फिर भी हम कीटनाशक छिड़क रहे हैं, तो हम उसको पहले से बता सकते हैं. और अभी क्या होता है कि पोलिनेशन की बात करते हैं. पहले आपने देखा होगा कि बहुत सारी आपने तितलियां दिखाई देती होंगी, मधुमक्खियां दिखाई देती होंगी खेतों में, अब नहीं दिखाई देती. नहीं, वो पोलिनेशन में हेल्प करती थी हमारी. तो अभी अगर पोलिनेशन नहीं होगा तो हमारी प्रोडक्टिविटी डाउन चली जाती है. जैसे हम प्याज की खेती का ले फॉर एग्जांपल, अगर मैं उसमें बीज की कॉलोनी, जो हनी बीज की कॉलोनी होती है वो लगा दें अपने खेतों में जी, आई कैन इंक्रीज प्रोडक्टिविटी बाय 50%. सपोज आप पहले 50 टन निकाल रहे हो, आप एकदम 50 से एकदम 100 टन प्याज मतलब कि जिन्नी मैं ਤੁਹਾਡੀ ਗੱਲ ਸਮਝ ਪਾ ਰਿਹਾ ਉਹ ਇਹ ਕਿ ਜੋ ਟੈਕਨੀਕ ਹੈ ਆਉਣ ਵਾਲੇ ਜਿੰਨੀ ਰਿਸਰਚ ਹੁੰਦੀ ਰਹੇਗੀ ਉਹ ਐਗਰੀਕਲਚਰ ਸੈਕਟਰ 'ਚ ਰੈਵੋਲੂਸ਼ਨ ਦੀ ਤਰ੍ਹਾਂ ਕੰਮ ਕਰੇਗੀ. और साढ़ा जड़ा किसान है और उन्होंने टेक्नोलॉजी पता चलेगी, उन्हें सॉइल टेस्टिंग है, उन्होंने वैदर की सारी इन्फॉर्मेशन पहले होएगी, वो उसी हिसाब नाल अपना पूरा खेती ਦਾ ਉਹਨੂੰ ਉसी ਤਰ੍ਹਾਂ ਦਾ ਪਲਾਨ ਕਰੇਗਾ. ਤੇ ਖੇਤੀ ਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਜੋ ਅੱਜ ਹੈ, ਜੋ ਕਿਸਾਨ ਦਾ ਸਭ ਤੋਂ ਮੇਨ ਪੇਨ ਪੁਆਇੰਟ ਹੈਗਾ, ਉਹ ਡਾਊਨ ਆਏਗੀ. ਡਾਊਨ ਆਏਗੀ. ਉਹ ਤਾਂ ਡਾਊਨ ਆਏਗੀ ਨਾ, ਬਿਕਾਜ਼ ਅਸੀਂ ਟੈਕਨੋਲੋਜੀ ਦਾ ਯੂਜ਼ ਕਰਾਂਗੇ ਨਾ. ਬਈ ਤੁਸੀਂ ਕਿਸਾਨ ਹੈ, ਉਹਨੂੰ ਖੇਤ ਵਿੱਚ ਪਾਣੀ ਦੇਣ ਦੀ ਜ਼ਰੂਰਤ ਕੀ ਹੈ ਜੀ, ਇਹਨੂੰ ਕਮ ਲੇਬਰ ਵੀ ਨਾਲ ਵੀ ਕੰਮ ਕਰ ਸਕਦਾ ਸੀ ਜਾਂ ਔਰ ਜ਼ਿਆਦਾ ब्रॉड करके कर सकता है. वो अपने मोबाइल फोन ही देख सकते हैं कि मैं खेत में पानी लगाया है तो मैं उसे ऑन करके पानी चला सकता है ना. और वैदर दी इन्फॉर्मेशन AI बेस होगी तो मैं उन्हें दस दूंगा कि अगले 15 दिन बरसात होने वाली करना है कि नहीं करना है. उसी हिसाब नाल वो पानी लगाएगा, उसी हिसाब नाल वो खेती करेगा, उसी हिसाब नाल वो फर्टिलाइजर डालेगा. तो एवरीथिंग इज लिंक्ड विद द सॉइल एंड वेदर. ਪੰਜਾਬ ਦੇ ਧਰਤੀ ਤੇ ਆਪਾਂ ਖੜੇ ਆ, ਪੰਜਾਬ ਦਾ ਜੋ ਕਿਸਾਨ ਹੈ ਉਸ ਦੇ ਲਈ ਵੀ ਕੋਈ ਪ੍ਰੋਗਰਾਮ ਚਲਾਉਣ ਦਾ ਤੁਹਾਡਾ ਕੋਈ ਯੋਜਨਾ ਹੈਗੀ ਹੈ ਜਾਂ ਕਰਾ ਚਲਾ ਰਹੇ ਹੋ? बिल्कुल बिकॉज ਅਸੀਂ वर्किंग विद द पंजाब गवर्नमेंट, तो एक बार डेलीगेशन भी आया है जो अभी करंट जो MLAs हैं कि एग्रीकल्चर में आप IT रोपड़ कैन आल्सो हेल्प देम. जो हम जो इन्वेंशन जो हमने यहाँ पे की, जो टेक्नोलॉजी हमने डेवलप की है, तो वो उसको हम कैसे यूज़ करके हमारे पंजाबी जो हमारे फार्मर्स हैं उनको कैसे हेल्प कर सकते हैं. तो वी आर रनिंग मैनी प्रोग्राम, उनको हम बताते हैं कि क्या हो रखा है, कैसे आप, वी आर वर्किंग विद FPOs and we give them a training and what kind of technology we are using, you can use it, and we are also willing to provide those technology free of cost. जैसे वेदर फोरकास्टिंग के लिए हम बोलते हैं कि हम आपके खेत में फ्री में लगा देंगे उसको, एंड दिस इज ऑल टेक्नोलॉजी, हार्डवेयर, एवरीथिंग इज डेवलप एट IIT रोपड़ जी. ये नहीं है कि हमने किसी से पार्ट इंपोर्ट करके उसको असेंबल करके, इवन द टेक्नोलॉजी ਇਲੈਕਟ੍ਰੋਨਿਕਸ ਇਜ਼ ਡਿਵੈਲਪ ਐਟ IIT ਰੋਪੜ. ਇੱਕ ਜਿਵੇਂ ਪਿਛਲਾ ਦੌਰ ਸੀ, ਮੈਂ 10 ਸਾਲ ਪਹਿਲਾਂ ਦੀ ਵੀ ਗੱਲ ਕਰਨਾ ਚਾਹੇ, ਕਿਸੇ ਵੀ ਹਾਈ ਐਂਡ ਟੈਕਨੋਲੋਜੀ ਦੇ ਲਈ, ਕਿਸੇ ਵੀ ਨਵੀਂ ਰਿਸਰਚ ਦੇ ਲਈ ਲੋਕ ਦਿੱਲੀ ਜਾਂਦੇ ਸੀ, ਬੰਬੇ, ਪੁਣੇ, ਸਾਰੇ ਪਾਸੇ ਜਾਂਦੇ ਸੀ.
ਪਰ ਚਾਹੇ ਮੈਂ ਸਕੂਲ ਲੈਵਲ ਤੋਂ ਸ਼ੁਰੂ ਹੋ ਜਾਂ ਕਾਲਜ ਲੈਵਲ ਤੇ ਚਲੇ ਜਾਵਾਂ ਜਾਂ ਯੂਨੀਵਰਸਿਟੀ ਲੈਵਲ ਤੇ ਆ ਜਾ, ਹੁਣ ਉਹਨਾਂ ਵਾਸਤੇ ਇੱਕ ਗੋ ਟੂ ਇੰਸਟੀਟਿਊਸ਼ਨ ਮਿਲ ਗਿਆ ਕਿ ਯਾਰ ਇੱਥੇ ਜਾ ਕੇ ਆਪਣੀ ਗੱਲ ਨੂੰ ਜਾ ਕੇ ਹੋਰ ਕਲੈਰਿਟੀ ਲੈ ਸਕਦੇ ਹਾਂ ਅਸੀਂ। ਸਹੀ ਗੱਲ ਹੈ ਬਿਕਾਜ਼ ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸਾਨੂੰ ਹੋਰ ਯੂਜ਼ ਕਰਨ, ਹੈ ਨਾ। whatever we have developing, this is for public ਨਾ ਜੀ। and if public we can reach out of the public, that's a is a win-win situation for us also ना। जो हमने काम किया है, जो हमने रिसर्च करी है, जो रिसर्च की हम बात करते हैं, हम ट्रांसलेशनल रिसर्च की बात करते हैं। खाली पेपर नहीं लिखना, उसको ट्रांसलेट करना है, कोई डिवाइस बनाना है या कोई टेक्नोलॉजी डेवलप करनी है जो हमारे अपने जो लोग हैं उसको यूज़ कर सकते हैं। ਮੈਂ ਇਸੀ ਗੱਲ ਤੇ ਮੈਨੂੰ ਇੱਕ ਗੱਲ ਯਾਦ ਚੇਤੇ ਆ ਗਈ ਹੁਣੀ, ਜਦੋਂ ਮੈਂ ਇੱਥੇ ਆਇਆ ਤਾਂ ਇਹ 23 IITs ਚੋਂ ਇਹ ਪਹਿਲਾ IIT ਹੈ ਜਿੱਥੇ PhD ਦੀ ਡਿਗਰੀ ਬਗੈਰ ਲਿਖੇ ਪੜ੍ਹੇ ਤੁਸੀਂ ਦੇ ਸਕਦੇ ਹੋ। ਉਹਦੇ ਪਿੱਛੇ ਦਾ ਕਾਰਨ ਦੱਸੋ। ਹਾਂ ਦੱਸੋ ਕੀ ਕਿਆ ਹੁਣੇ ਅਸੀਂ ਇਨੋਵੇਸ਼ਨ ਦੀ ਗੱਲ ਕਰਨੇ ਆ, ਸਟਾਰਟਅਪ ਦੀ ਗੱਲ ਕਰਨੇ ਆ ਨਾ। सारा यूथ जॉब क्यों मांगेगा, दे शुड बी जॉब प्रोवाइडर। सो आप PhD करते हो, फिर उसके बाद फिर जॉब ढूंढोगे। तो मैं कहता हूँ कि जब आप PhD कर रहे हो तो PhD में जो 5 साल के है तुमको एक प्रोडक्ट डेवलपमेंट करना है और या कोई एक स्टार्टअप कंपनी शुरू करनी है और या एक पेटेंट फाइल करना है जो ग्रांटेड हो। अगर ये करते हो दैट इज योर PhD डिग्री। अगर आप एक स्टार्टअप बनाते हो, you will give you job yourself also, you will give 10 other people also job। ਅੱਗੇ ਤਾਂ ਨਾ IIT-CC ਵਾਸਤੇ ਜਾਣੀ ਜਾਂਦੀ ਸੀ ਕਿ ਇੰਨੇ ਦਾ ਪੈਕੇਜ ਲੱਗਦੇ ਆ ਬੱਚੇ ਦਾ, ਬੱਚਾ ਪਲੇਸ ਹੋ ਜਾਏਗਾ, ਉਹ ਇੱਕ ਪੁਆਇੰਟ ਹੈ। ਪਰ ਹੁਣ ਤੁਸੀਂ ਐਜ਼ ਅ ਮਤਲਬ ਕਿ ਐਂਟਰਪ੍ਰੀਨਿਓਰ ਵੀ ਬਣਾ ਰਹੇ ਹੋ। ਬਣਾ ਰਹੇ ਹਾਂ ਕਿਉਂਕਿ ਅਸੀਂ ਕਹਿੰਦੇ ਹਾਂ ਤੁਸੀਂ ਜੌਬ ਮੰਗਣ ਕਿਉਂ ਜਾਂਦੇ ਹੋ, ਜੌਬ ਦਿਓ, ਤੁਸੀਂ ਜੌਬ ਦਿਓ ਭਾਈ। ਆਪ ਇੱਕ ਐਂਟਰਪ੍ਰੀਨਿਓਰ ਬਣੋ, ਤੁਸੀਂ 100 ਲੋਕਾਂ ਨੂੰ ਜੌਬ ਦਿਓ। ਤੁਸੀਂ ਕਿਉਂ ਮਲਟੀਨੈਸ਼ਨਲ ਅਦਰ ਕੰਪਨੀਆਂ 'ਚ ਕੰਮ ਕਰਨਾ ਚਾਹੁੰਦੇ ਹੋ? ਤੁਸੀਂ ਇੰਡੀਆ 'ਚ ਰਹਿ ਕੇ ਕੰਮ ਕਰੋ। ਜਿਹੜਾ ਤੁਸੀਂ ਗਿਆਨ ਸੀ ਜੋ ਵਿਦੇਸ਼ਾਂ 'ਚ ਲੈ ਕੇ ਜਾ ਰਹੇ ਹੋ, ਤੁਸੀਂ ਇੰਡੀਆ ਨੂੰ ਦਿਓ। ਇੱਥੇ ਡਿਵੈਲਪਮੈਂਟ ਕਰੋ। ਹੁਣ ਇਨਵਾਇਰਨਮੈਂਟ ਵੀ ਇਸ ਵਜ੍ਹਾ ਦਾ ਹੈ ਕਿ ਵੀ ਕੈਨ ਡੂ ਦੋਜ਼ ਥਿੰਗ ਇਨ ਇੰਡੀਆ ਆਲਸੋ। ਜੀ maybe our generation that time, if you look back, we don't know even startup। जी अब तो हर बच्चे को पता है स्टार्टअप क्या होता है। even schools kids are doing startup, so why not we should use high end technology and do startup here, and our kids should stay in India, they should work for India and they should give a job to other youth in India। ਤੁਸੀਂ ਇੰਡੀਆ ਦੀ ਗੱਲ ਕੀਤੀ ਹੈ ਕਿ ਉਹ ਮੇਕ ਇਨ ਇੰਡੀਆ ਵਾਲਾ ਸਾਰੀ ਗੱਲ ਤੇ ਨੇੜੇ ਤੁਸੀਂ ਹੈਗੇ ਹੋ। ਤੁਸੀਂ ਇੱਕ ਲੰਬਾ ਸਮਾਂ 30 ਸਾਲ ਤੋਂ ਵੱਧ ਦਾ, ਜਿਵੇਂ ਤੁਸੀਂ ਦੱਸਿਆ ਮੈਨੂੰ ਕਿ ਸਵੀਡਨ ਦੇ ਵਿੱਚ ਰਹੇ ਹੋ, ਉੱਥੇ ਦੇ ਪ੍ਰੋਫੈਸਰ ਵੀ ਹੈਗੇ ਹੋ ਤੁਸੀਂ। ਯੂਨੀਵਰਸਿਟੀ ਦਾ ਨਾਮ ਤੁਸੀਂ ਦੱਸ ਦੇਣਾ, ਉਪਸਲਾ ਯੂਨੀਵਰਸਿਟੀ। ਤੇ ਤੁਸੀਂ ਇੰਡੀਆ ਦੇ ਵਿੱਚ ਜੋ ਰਿਸਰਚ ਹੈਗਾ, ਰਿਸਰਚ ਔਰ ਟੈਕਨੋਲੋਜੀ ਦਾ ਜੋ ਗੈਪ ਇੰਡੀਆ 'ਚ ਦੇਖਦੇ ਹੋ, ਵਿਦੇਸ਼ਾਂ ਦੇ ਮੁਕਾਬਲੇ ਕਿੰਨਾ ਹੈਗਾ ਜਾਂ ਆਲਮੋਸਟ ਹੁਣ ਫਿਲ ਹੋਣ ਲੱਗਿਆ? ਭਾਈ ਹੁਣ ਤੁਸੀਂ ਅਗਰ 20 ਸਾਲ ਪਹਿਲੇ ਦੀ ਗੱਲ ਕਰੋਗੇ, ਹੁਣ ਗੱਲ ਕਰੋਗੇ तो that gap is reducing in India also। and if you look the infrastructure wise, you have seen the infrastructure, आपने यहाँ भी infrastructure देखा है, तो मुझे कोई infrastructure में कोई ज़्यादा डिफरेंस नहीं है वहाँ के। एंड द बेस्ट माइंड वी हैव इन इंडिया, व्हेन दीज माइंड्स, जब ये माइंड्स बाहर जाते हैं तो अच्छा काम करते हैं जी। अगर हम उनको ये ऑल फैसिलिटीज़, ऑल टेक्नोलॉजी, ऑल लैब्स वो हमको यहाँ देंगे तो ये यहाँ पे भी अच्छा काम फैसिलिटी एंड माइंडसेट। तो माइंडसेट सबसे इम्पोर्टेंट है। फैसिलिटी तो आप किसी को भी दे दो, अगर माइंडसेट चेंज नहीं करेगा तो ही कैन नॉट डू थिंग्स। सो हमको जो माइंडसेट भी चेंज करना है और हमको एक ओनरशिप लेनी है कि ये मेरा देश है, ये मेरा इंस्टीट्यूशन है, ये मेरा कंट्री है, तो मुझे इस कंट्री के लिए काम करना है। व्हेन यू टेक ओनरशिप then you can do wonderful things। ਅਕਸਰ ਨਾ ਅਸੀਂ IIT ਨੂੰ ਟੈਕਨੀਕਸ ਦੇ ਨਾਲ ਹੀ ਜੋੜਦੇ ਹਾਂ, ਮੋਟੇ ਤੌਰ ਜੋ ਆਮ ਬੰਦੇ ਦੀ ਸਮਝ ਹੈਗੀ ਹੈ। ਪਿਛਲੇ ਦਿਨਾਂ 'ਚ ਇਸ ਕੈਂਪਸ ਦੇ ਵਿੱਚ ਡਿਫੈਂਸ ਨੂੰ ਲੈ ਕੇ ਵੀ ਕੁਝ ਐਕਟੀਵਿਟੀਜ਼ ਕਰਾਈਆਂ ਗਈਆਂ ਸੀ, ਕਿਉਂਕਿ ਡਿਫੈਂਸ ਦੇ ਪੁਆਇੰਟ ਆਫ ਵਿਊ ਨਾਲ ਵੀ ਅਸੀਂ ਵੈਸਟਰਨ ਕਮਾਂਡ ਚੰਡੀਗੜ੍ਹ ਦੇ ਵਿੱਚ ਹੈਗੀ ਹੈ ਇੰਡੀਅਨ ਆਰਮੀ ਦੀ, ਬਾਰਡਰ ਸਟੇਟ ਅਸੀਂ ਹੈਗੇ ਹਾਂ। ਤੇ ਇਹ ਕੈਂਪਸ ਜੋ ਇੰਡੀਅਨ ਆਰਮੀ ਹੈ ਜਾਂ ਡਿਫੈਂਸ ਸੈਕਟਰ ਹੈਗਾ ਉਸ ਨੂੰ ਕਿਵੇਂ ਕੰਪਨਸੇਟ ਸੋ ਵੀ ਆਰ ਵਰਕਿੰਗ ਵੈਰੀ ਕਲੋਜ਼ਲੀ ਵਿਦ हम only IITs हैं which work directly with the armed forces। We are working very strongly with Western Command or Northern Command, and we are doing construction for them also। Construction also, civil construction or army construction also। So we are working very, so that's why we make a Section 8 company। तो जो easily can work, और जो हम जो टेक्नोलॉजी डेवलप कर रहे हैं, they can, army can use those technology directly, which is developed at IIT Ropar, and we can help them। जैसे कभी कभी क्या होता है कि आर्म फोर्सेस में जब बॉर्डर एरिया में एक विजन का एक प्रॉब्लम रहता है, धुंध होती है, तो वी नो हाउ टू, दे कैन सी क्लियरली। वी आर वर्किंग इन द कंप्यूटर विजन। और ड्रोन की बात करते हैं, ड्रोन इज वेरी, एंड वी हैव सीन इन द रिसेंटली इन ऑपरेशन सिंदूर। सो वी आर वर्किंग विद आर्म फोर्सेस एंड वी हैव अ सेंटर फॉर एक्सलेंस ड्रोन हियर एट IIT Ropar also।
ਅੱਛਾ So we are a DGA approved license giver also. We are giving DGA approved license. If anybody wants to fly drones, we can give him a certificate. This is a DGA approved. And then we want to working. We are also working. ड्रोन मैन्युफैक्चरिंग में काम करना है, असेंबली नहीं करनी है, उसको मैन्युफैक्चर इंडिया में करना है, क्योंकि ड्रोन का खाली डिफेंस में भी नहीं है और एग्रीकल्चर में इज अ बिग यूज. सो those kind of indigenous technology also IITs are developing, which are directly used in the defense forces. For example, हम एक मिसाइल है, उसका हम वेट कैसे कम कर सकते हैं, या टैंक है, उसका वेट कैसे हम कर सकते हैं, तो आपकी एनर्जी को कम चाहिए होगी ना, तो हम उसके मटेरियल्स के ऊपर काम कर रहे हैं कि हाउ वी कैन मेक अ लाइटर. ਬੇਸਿਕਲੀ ਜੋ ਕੈਂਪਸ ਆਈਆਈਟੀਜ਼ ਦਾ ਹੈਗਾ, ਚਾਹੇ ਰੋਪੜ ਹੈ ਕਿਤੇ ਹੋਰ ਵੀ ਹੈ, ਇਹ ਜੋ ਇੱਕ ਆਮ ਬੰਦੇ ਦੇ ਸਮਝ ਨਾਲ ਹੁੰਦਾ ਹੈ ਕਿ ਇੱਥੇ ਜੀ ਜੇਈ ਦੇ ਨਾਲ ਜਾ ਕੇ ਐਡਮਿਸ਼ਨ ਲੈਣਾ ਹੈ ਤੇ ਜੀ ਇੰਜੀਨੀਅਰ ਬਣ ਕੇ ਬਾਹਰ ਨਿਕਲਣਾ ਹੈ, ਬਟ ਅਲਟੀਮੇਟਲੀ ਤੁਸੀਂ ਪੂਰੇ ਇੰਡੀਆ ਨੂੰ ਅਲੱਗ-ਅਲੱਗ ਸੈਕਟਰਸ ਨੂੰ ਕੇਟਰ ਕਰ ਰਹੇ ਹੋ. ਬਿਲਕੁਲ. ਔਰ ਜਿਵੇਂ ਡਿਫੈਂਸ ਦੀ ਤੁਸੀਂ ਗੱਲ ਕੀਤੀ, ਡਿਫੈਂਸ ਵੀ ਆਪਣੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਔਰ ਹਰ ਸੈਕਟਰ ਨੂੰ ਇਸ ਟੈਕਨੋਲੋਜੀ ਔਰ ਏਆਈ ਦੇ ਦੌਰ ਦੇ ਵਿੱਚ ਐਜੂਕੇਟ ਹੋਣ ਦੀ ਲੋੜ ਹੈ ਤੇ ਆਈਆਈਟੀਜ਼ ਉਸ ਵਿੱਚ ਜ਼ਿਆਦਾ ਇੰਪੋਰਟੈਂਟ ਕੰਮ ਰੋਲ ਨਿਭਾ ਸਕਦੀਆਂ ਨੇ. Yes, because AI is going to be there next 30 to 40 years. ਜੀ. Or how we can use AI in a production, defense production. How we can teach AI to our soldier and even army officers, so they can be better equipped. So they have a data in hand. Problem क्या है कि इंडिया में we have a lot of data, but we are not using it because if AI should work. ਐਂਡ ਵੈਰਾਈਟੀ ਆਫ ਡੇਟਾ ਵੀ ਹੈ. If AI should work, it should be, our AI should be the best in the world. Because rest of the world में डेटा नहीं है भाई. आप एक भी मेडिकल में, अभी पीजीआई में चले जाओ, आप 10,000 पेशेंट रोज ओपीडी में देख रहे हो, कौन से कंट्री में होता है, उनका सबका डेटा है. देन आई कैन टॉक अबाउट डिजिटल हेल्थ फॉर फ्यूचर हेल्थ, कि कौन सी डिसीज ज़्यादा प्रिवलेंट है इस एरिया में, उसको कैसे हम टैकल एडवांस में कर सकते हैं, कैंसर को कैसे हम ट्रीट कर सकते हैं. ऐसे ही डिफेंस में भी है, तो वी कैन प्रिडिक्ट इन एडवांस. And we can use AI to design a more efficient engines or more efficient materials which can enhance the safety of our soldiers who are fighting. And you can do the advancement in the technology where Indian Army or Indian forces or agriculture sector or health sector can be benefited. ਜਦੋਂ ਅਸੀਂ ਆਈਆਈਟੀ ਕੈਂਪਸ ਦੀ ਗੱਲ ਕਰਦੇ ਹਾਂ, ਇੰਜੀਨੀਅਰ ਬੱਚੇ ਦੀ ਗੱਲ ਕਰਦੇ ਹਾਂ, ਹਨਾ, ਇੱਕ ਟ੍ਰੈਜੇਡੀ ਹਮੇਸ਼ਾ ਸਾਡੇ ਨਾਲ ਤੁਰਦੀ ਆਉਂਦੀ ਹੈ, ਉਹ ਸ਼ਾਇਦ ਕਦੋਂ ਖਤਮ ਹੋਈ ਕੁਝ ਕਹਿ ਨਹੀਂ ਸਕਦੇ ਠੀਕ ਕੈਂਪਸ ਦੇ ਵਿੱਚ ਬੱਚੇ ਬੜੇ ਹਾਈ ਲੈਵਲ ਦੇ ਹੋ ਕੇ ਵੀ ਨਿਕਲਦੇ ਔਰ ਕਈ ਬੱਚੇ ਇਹੋ ਜਿਹਾ ਕਦਮ ਵੀ ਚੁੱਕ ਲੈਂਦੇ ਕਿ ਮਾਂ-ਬਾਪ ਹਮੇਸ਼ਾ ਹੱਥ ਮਲਦੇ ਰਹਿ ਜਾਂਦੇ ਆ. ਉਹ ਜੋ ਡਿਪਰੈਸ਼ਨ ਲੈਵਲ ਹੈ, ਉਹ ਤੁਹਾਨੂੰ ਕਿਉਂ ਲੱਗਦਾ ਕਿ ਇਦਾਂ ਆ ਰਿਹਾ ਬੱਚਿਆਂ ਦੇ ਵਿੱਚ, ਜਾਂ ਉਸ ਨੂੰ ਰਿਡਿਊਸ ਕਿਵੇਂ ਕੀਤਾ ਜਾ ਸਕਦਾ? ਸੋ ਇਹ ਸੋਸਾਇਟੀ ਦਾ ਪ੍ਰੈਸ਼ਰ ਹੈ ਜਨਰਲੀ. ਜੋ ਜਿਸ ਥਿੰਗ ਇੱਕ ਡਾਇਰੈਕਟਰ ਹੋਣ ਦੇ ਨਾਤੇ ਤੁਸੀਂ ਜ਼ਿਆਦਾ ਬਿਹਤਰ ਸਮਝਦੇ ਹੋ ਕਿ ਬੱਚਾ ਕਿਸ ਦੌਰ ਤੋਂ ਗੁਜ਼ਰਦਾ ਹੈ. ਬੇਸਿਕਲੀ ਕੀ ਹੁੰਦਾ ਕਿ ਫੈਮਿਲੀ ਪ੍ਰੈਸ਼ਰ ਤੇ ਸੋਸਾਇਟੀ ਪ੍ਰੈਸ਼ਰ. ਅਗਰ ਆਈਆਈਟੀ ਸੇ ਆਇਆ ਹੋ ਤਾਂ ਤੁਹਾਨੂੰ ਵੱਡਾ ਪੈਕੇਜ ਮਿਲਣਾ ਚਾਹੀਦਾ ਹੈ ਔਰ ਆਈਆਈਟੀ ਦਾ ਡ੍ਰੀਮ ਹੁੰਦਾ ਹੈ ਕਿ 2-2 3-3 ਸਾਲ ਬੱਚੇ ਤਿਆਰੀ ਡ੍ਰੌਪ ਕਰਕੇ ਵੀ ਤਿਆਰੀ ਕਰਦੇ ਨੇ, ਤਾਂ ਉਹ ਡ੍ਰੀਮ ਰਹਿੰਦਾ ਹੈ. ਤਾਂ ਸੋਸਾਇਟਲ ਪ੍ਰੈਸ਼ਰ ਇੱਕ ਹੁੰਦਾ ਹੈ, ਇੱਕ ਐਕੈਡਮਿਕ ਪ੍ਰੈਸ਼ਰ ਵੀ ਰਹਿੰਦਾ ਹੈ ਕਿ ਤੁਸੀਂ ਕਿਸੇ ਸਕੂਲ ਵਿੱਚ ਪੜ੍ਹਦੇ ਹੋ, ਤੁਸੀਂ ਟੌਪਰ ਹੋ. ਹੁਣ ਜਦ ਤੁਸੀਂ ਆਈਆਈਟੀ ਆਓਗੇ, ਤੁਹਾਡੀ ਪੂਰੀ ਕਲਾਸ ਹੀ ਸਾਰੇ ਹੀ ਟੌਪਰ ਹਨ डिफरेंट स्कूलों तो सो यू फील प्रेशर परफॉर्म का प्रेशर होता है और घर वालों से ही प्रेशर होता है कि घर वालों ने इतनी मेहनत करके मुझे यहाँ भेजा है और मुझे हाईएस्ट पैकेज लेना है। और इंडिया में अभी पता है क्या चलता है कि सबको कंप्यूटर साइंस में जाना है, हम कोर इंजीनियरिंग में जाना ही नहीं चाहते। अगर आप एक फादर हो, तुम बोलोगे मेरा बेटा कंप्यूटर साइंस में बीटेक करे, कोई सिविल इंजीनियरिंग या इलेक्ट्रिकल इंजीनियरिंग की हम बात ही नहीं करते, तो बच्चे को भी फ्रीडम दो ना। मेरा इंटरेस्ट है, मुझे सिविल इंजीनियरिंग बनना है, आप मेरे माँ बाप हो, आप मुझे बोले ये कंप्यूटर साइंस पढ़नी है तो क्योंकि उसमें पैकेज ज़्यादा है, पैकेज ज़्यादा मिलेगा तो फैमिली का नाम होगा। तो हमें क्या करना है कि जो हमारे जो स्टूडेंट्स हैं उनको फ्रीडम देनी, लेट देम डू व्हाट दे वांट टू डू, है ना, उन पे प्रेशर नहीं डालना है। अगर मान लो इंजीनियरिंग करनी है ठीक है, उसको बोलो तुझे जिस ब्रांच में इंजीनियरिंग करनी है तू उसमें कर। ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿ ਆਈਆਈਟੀ ਦੇ ਵਿੱਚ ਬੱਚਾ ਆ ਗਿਆ, ਸਾਰਾ ਕੁਝ ਹੋ ਗਿਆ, ਹੁਣ 23 ਆਈਆਈਟੀਜ਼ ਹੈਗੇ ਸਾਡੇ ਦੇਸ਼ 'ਚ ਇਸ ਸਮੇਂ। ਜਦੋਂ ਸ਼ੁਰੂਆਤ 'ਚ ਆਈਆਈਟੀ ਸੀ 4-5 ਮੇਨ ਸੀ, ਮਦਰਾਸ ਹੋ ਗਿਆ, ਬੰਬੇ ਹੋ ਗਿਆ, ਹੈ ਨਾ, ਖੜਗਪੁਰ ਹੋ ਗਿਆ। ਜਦੋਂ ਮਤਲਬ ਕਿ ਇਹ ਮੈਂ ਗਲਤ ਹੋ ਸਕਦਾ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਬਹੁਤ ਸਾਰੇ ਬੱਚੇ ਕਹਿੰਦੇ नहीं नहीं मेरे को तो आईआईटी रोपड़ वाले में या फलां वाले में नहीं जाना, ये तो नए वाले बने, मेरे को टॉप वाले में जाना है। वो गैप घटिया है या वो सिर्फ मिथ है एक? नहीं, वो गैप तो घटेगा ही ना भाई। ਤੁਸੀਂ ਸੋਚੋ ਕਿ ਜਿਹੜਾ ਕਿ ਇੰਸਟੀਟਿਊਸ਼ਨ ਹੈ, ਕੋਈ ਪੁਰਾਣੀ ਆਈਆਈਟੀ ਲੋ ਜਾਏ, ਖੜਗਪੁਰ ਹੈ, ਖੜਗਪੁਰ ਨੂੰ ਬਣੇ ਹੁਣ 75 ਸਾਲ ਹੋ ਗਏ ਜੀ।
ਹੈ ਨਾ। ਜਦੋਂ ਦਾ ਦੇਸ਼ ਦਾ ਇੱਕ ਤਰ੍ਹਾਂ ਦਾ ਤਾਂ ਮੋਟੇ ਬਣੀ ਤੌਰ ਸੀ ਤੇ 1950 के आसपास। ਹੂੰ IIT ਰੋਪੜ ਬਣਿਆ 2008 ਚ, ਹੂੰ 15-16 ਸਾਲ। 21ਵੀਂ ਸਦੀ ਚ ਬਣਿਆ हाँ, ਬੇਸਿਕਲੀ। तो बेसिकली हाउ यू कैन गो इमीडिएटली व्हाट दे हैव अचीव इन 75 ईयर, जी 16 साल में तो नहीं करोगे। हाँ, हम ये कह सकते हैं कि जो उस IIT ने अगर मान लो 75 ईयर में अब अचीव किया है, उतना हम अगले 20 साल में कर अचीव लोगे। कर लेंगे, उनके जिस हाफ तरह ऑफ द की- टाइम। जिस तरह की टेक्नोलॉजी आई टेक्नोलॉजी है है और जिस तरह से हम ग्रो कर रहे हैं और एक्सेस वर्ल्ड का वर्ल्ड एक्सेस भी एक्सेस है। है, तो उसमें हम उनसे ज़्यादा ग्रो करेंगे फ्यूचर में भी, क्योंकि जब वो ग्रो कर रहे थे इतना अच्छा वो फैसिलिटीज़ नहीं थी, बट वी आर ऑन द राइट टाइम, सो वी कैन ग्रो मच फास्टर। ਅਸੀਂ ਇੱਥੇ ਖੜੇ ਆ ਹੁਣ ਪੰਜਾਬ ਦੇ ਜੋ ਰੋਪੜ ਹੈ IIT, ਹੁਣ ਮਤਲਬ ਕਿ ਮੈਂ ਜਦੋਂ ਗੇਟ ਤੇ ਆ ਰਿਹਾ ਸੀ ਮੇਰੀ ਤਾਂ ਪੜ੍ਹਾਈ ਪੂਰੀ ਹੋ ਗਈ ਹੈ, अच्छा ਮੈਂ ਤਾਂ ਨਹੀਂ ਹੁਣ IIT ਚ ਪੜ੍ਹ ਸਕਦਾ, ਜਾਂ ਜਿਹੜੇ ਬੱਚੇ ਦਾ ਨਹੀਂ ਰੈਂਕ ਆਇਆ ਉਹ ਨਹੀਂ ਆ ਸਕਦਾ, ਬਟ ਜਿਹੜੇ ਰੈਂਕ ਤੋਂ ਬਾਹਰ ਨੇ ਜਾਂ ਜਿਹੜੇ IIT ਦੇ ਵਿੱਚ ਵੀ ਕੋਈ ਸਟੱਡੀ ਕਰਨਾ ਚਾਹੁੰਦੇ ਆ ਤਾਂ ਇਹ ਕੈਂਪਸ ਉਹਨੂੰ ਕਿਸ ਤਰ੍ਹਾਂ ਫੈਸਿਲਿਟੇਟ ਕਰਦਾ, ਕਿਸ ਤਰ੍ਹਾਂ ਦੇ ਕੋਰਸਸ ਹੋਰ ਨੇ? ਵੀ ਆਰ ਰਨਿੰਗ ਲਾਈਕ ਤੁਸੀਂ AI ਦੀ ਗੱਲ ਕੀਤੀ, ਸੋ ਅਸੀਂ AI ਚ ਮਾਈਨਰ ਤੇ ਮੇਜਰ ਕੋਰਸ ਰਨ ਕਰਦੇ ਹਾਂ। ਉਹਨੂੰ ਕੋਈ ਵੀ ਲੈ ਸਕਦਾ ਹੈ, 12th ਪਾਸ ਬੱਚਾ ਕੋਈ ਵੀ ਲੈ ਸਕਦਾ ਵਿਦਆਊਟ ਐਂਟਰੈਂਸ? ਵਿਦਆਊਟ ਐਂਟਰੈਂਸ। ਅੱਛਾ ਹੈ ਤਾਂ ਉਹਦਾ 15 ਕ੍ਰੈਡਿਟ ਦਾ ਕੋਰਸ ਹੁੰਦਾ ਹੈ। ਅੱਛਾ ਉਹਨੂੰ ਅਸੀਂ ਸਰਟੀਫਿਕੇਟ ਦਾਂਗੇ ਕਿ ਤੂਨੇ 15 ਕ੍ਰੈਡਿਟ ਦਾ AI ਚ ਕੋਰਸ ਲਿੱਤਾ ਹੈ IIT ਰੋਪੜ ਤੋਂ। ਔਰ ਅਸੀਂ ਹੁਣ ਕੀ ਕਰ ਸਕਦੇ ਹਾਂ ਨਈ ਪਾਲਿਸੀ ਚ ਕਿ ਜਿਹੜੇ ਉਸ 15 ਕ੍ਰੈਡਿਟ ਇੱਥੇ ਲੈਣ, ਸਪੋਜ਼ ਕੋਈ ਕਿਸੇ ਦੂਸਰੇ ਇੰਜੀਨੀਅਰਿੰਗ ਕਾਲਜ ਚ ਪੜ੍ਹਦਾ ਹੈ, ਉਹ ਇਹ 15 ਕ੍ਰੈਡਿਟ ਆਪਣੇ ਕ੍ਰੈਡਿਟ ਵਿੱਚ ਟ੍ਰਾਂਸਫਰ ਕਰਾ ਸਕਦਾ ਆਪਣੇ ਕਾਲਜ ਵਿੱਚ। ਅੱਛਾ ਉਹ ਇੱਥੇ ਵੀ ਕਹਿ ਸਕਦਾ ਹੈ ਕਿ ਮੈਂ 15 ਕ੍ਰੈਡਿਟ ਦਾ ਕੋਰਸ ਸੀ ਮੈਂ IIT ਰੋਪੜ ਤੋਂ ਲਿਆ। ਅੱਛਾ ਉਹ ਕ੍ਰੈਡਿਟ ਐਜ਼ ਅ ਸਰਟੀਫਿਕੇਟ ਵੀ ਯੂਜ਼ ਕਰ ਸਕਦਾ ਹੈ ਔਰ ਐਜ਼ ਅ ਟ੍ਰਾਂਸਫਰ ਵੀ ਕਰਾ ਸਕਦਾ ਹੈ। तो then ਉਹ 15 ਕੋਰਸ ਆਪਣੇ ਵਾਲੇ ਕਾਲਜ ਵਿੱਚ ਨਹੀਂ ਪੜ੍ਹਨ ਪੜेंगे, ਤਾਂ ਉਹ ਫੈਸਿਲਿਟੀ ਵੀ ਹੈਗੀ। ਜਦੋਂ ਅਸੀਂ ਕਾਲਜ ਜਾਂ ਸਕੂਲ ਚ ਪੜ੍ਹਦੇ ਸੀ ਨਾ ਤਾਂ ਸਾਨੂੰ ਪੰਜਾਬ ਦੇ ਵਿੱਚ ਸਾਇੰਸ ਦੇ ਨਾਮ ਤੇ ਗੁਜਰਾਲ ਸਾਇੰਸ ਸਿਟੀ ਪਤਾ ਸੀ, ਕਪੂਰਥਲੇ ਵਾਲਾ, ਅੱਛਾ ਅੱਛਾ ਹੈ ਨਾ। ਤੇ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਨੂੰ, ਬਹੁਤ ਸਾਰੇ ਸਕੂਲਾਂ ਨੂੰ ਉਹੀ ਪਤਾ ਨਾ, ਅੱਜ ਵੀ ਟੂਰ ਜਾਂਦੇ ਆ ਬੱਸਾਂ 'ਚ ਬੈਠ ਕੇ ਨਾ। ਤੇ ਪੰਜਾਬ ਦੇ ਸਕੂਲ ਦੇ ਜਿੰਨੇ ਵੀ ਪ੍ਰਿੰਸੀਪਲਸ ਇਸ ਸਮੇਂ, ਟੀਚਰਸ ਇਸ ਸਮੇਂ ਸਾਡੀ ਇਸ ਇੰਟਰਵਿਊ ਨੂੰ ਸੁਣ ਰਹੇ ਆ, ਉਹਨਾਂ ਵਾਸਤੇ ਤੁਸੀਂ ਕੀ ਇਨਵੀਟੇਸ਼ਨ ਦੇਣਾ ਚਾਹੋਗੇ ਕਿ IIT ਰੋਪੜ ਤੁਹਾਡੇ ਵਾਸਤੇ, ਤੁਹਾਡੇ ਬੱਚਿਆਂ ਨੂੰ ਫਿਊਚਰ ਦਿਖਾਉਣ ਦੇ ਲਈ ਇੱਥੇ ਬੈਠਾ, ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਨੇ? ਦੇਖੋ ਸਾਡੇ ਕੋਲ ਆਲਰੇਡੀ ਪੰਜਾਬ ਗਵਰਨਮੈਂਟ ਦਾ ਪ੍ਰੋਗਰਾਮ ਹੈ। ਸਾਡੇ ਕੋਲ ਜਿਹੜੇ 10+2 ਦੇ ਬੱਚੇ ਆਉਂਦੇ ਨੇ ਇੱਥੇ ਵਿਜ਼ਿਟ ਕਰਨ ਆਉਂਦੇ ਨੇ, ਪੂਰਾ ਦਿਨ ਰਹਿੰਦੇ ਨੇ। ਤਾਂ ਅਸੀਂ ਇਹਨਾਂ ਨੂੰ ਪੂਰਾ ਲੈਬਸ ਵਗੈਰਾ ਦਿਖਾਉਂਦੇ ਹਾਂ, ਤਾਂ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ। ਈਵਨ ਸਾਡੇ ਜੋ ਫੈਕਲਟੀ ਹਨ ਉਹ ਵੀ ਨੀਅਰ ਬਾਈ ਸਕੂਲ ਤੇ ਕਾਲਜ ਤੇ ਜਾਂਦੇ ਨੇ, ਤੇ ਇਹਨਾਂ ਨੂੰ ਦੱਸਦੇ ਨੇ ਕਿ ਸਪੈਸ਼ਲੀ ਰਿਸਰਚ ਵਾਸਤੇ ਜੀ ਉਹ ਡਿਗਰੀ ਕਾਲਜ ਜਾਣਗੇ ਤਾਂ ਦੱਸਣਗੇ ਵੀ ਇੱਥੇ IIT ਉੱਥੇ PhD ਪ੍ਰੋਗਰਾਮ ਹੈ, ਤੁਸੀਂ ਆਓ ਇੱਥੇ PhD ਇੱਥੇ ਆ ਕੇ ਕਰੋ। ਤਾਂ ਨਾਨੂੰ ਕਿਹੜਾ ਐਗਜ਼ਾਮ ਤੁਸੀਂ ਪਾਸ ਕਰਨਾ ਹੈ, PhD ਕਰ ਸਕਦੇ। ਔਰ ਇੱਕ ਔਰਾ ਵੀ ਮਿਲਦਾ ਨਾ ਤੁਸੀਂ ਕਿਸੇ ਥਾਂ ਤੇ ਆਏ ਹੋ। ਅਸੀਂ ਸਕੂਲਾਂ ਦੇ ਬੱਚੇ ਸਾਡੇ ਕੋਲ ਹਮੇਸ਼ਾ ਆਉਂਦੇ ਨੇ। ਸਾਡੇ ਜਿੰਨੇ ਵੀ ਮੇਨ ਇਵੈਂਟ ਹੁੰਦੇ ਨੇ ਜਾਂ ਸਾਡੇ ਟੈਕਨੀਕਲ ਫੈਸਟ ਚੱਲ ਰਿਹਾ ਸੀ ਪਿਛਲੇ 3 ਦਿਨਾਂ ਤੋਂ ਜੀ, ਤਾਂ 200-300 ਬੱਚੇ ਐਵਰੀਡੇ ਆਉਂਦੇ ਨੇ। ਅੱਛਾ ਅਸੀਂ ਹੁਣ ਵਿਜ਼ਿਟ ਕਰਨ? ਹਾਂ ਵਿਜ਼ਿਟ, तो पार्ट है कल्चरल इवेंट होता है, टेक्निक फेस्ट है, एग्जीबिशन लगती है और साडी लैब्स आके देख दें, वो ओपन है। ਤੇ ਪੰਜਾਬ ਦਾ ਕੋਈ ਵੀ ਸਕੂਲ ਮੰਨ ਕੇ ਚੱਲੋ ਕਿ ਬਠਿੰਡੇ ਦਾ ਕੋਈ ਸਕੂਲ ਹੈ, ਉਹ ਆਪਣੇ ਬੱਚਿਆਂ ਨੂੰ ਵਿਜ਼ਿਟ ਕਰਾਉਣਾ ਚਾਹੁੰਦਾ ਹੈ ਤਾਂ ਸਿੱਧਾ ਇੱਥੇ ਦੀ ਟੀਮ ਨਾਲ ਕੰਟੈਕਟ ਕਰਕੇ ਆ ਜਾਵੇ। ਉਹ ਪ੍ਰੋਗਰਾਮ ਹੈ ਸਾਡਾ ਕਿ ਅਸੀਂ ਬੱਚਿਆਂ ਨੂੰ ਸਾਇੰਸ ਤੇ ਟੈਕਨੋਲੋਜੀ ਨੇ ਲਿਆਣਾ, ਅਸੀਂ ਮੋਰ ਬੱਚਿਆਂ ਨੂੰ ਲਾਣਾ ਚਾਹੁੰਦੇ ਹਾਂ ਕਿ IIT ਚ ਆਵਣ ਤਾਂ ਕਿਵੇਂ ਆਣਗੇ, ਹੈ ਨਾ। ਤਾਂ ਉਹਨੂੰ ਇਸ ਵਾਸਤੇ ਅਟਰੈਕਟ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਉਹ ਇੱਕ ਵਾਰ ਆ ਕੇ ਵੇਖਣਗੇ ਤਾਂ ਉਹ ਵੀ ਉਂਝੇ ਬਣਨਗੇ ਨਾ। ਔਰ ਪੰਜਾਬ ਦੇ ਜਿੰਨੇ ਵੀ ਚਾਹੇ ਪ੍ਰਾਈਵੇਟ ਜਾਂ ਸਰਕਾਰੀ ਇੰਜੀਨੀਅਰਿੰਗ ਕਾਲਜ ਨੇ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਸਾਨੂੰ ਪਤਾ ਹੈ, ਜਾਂ ਹੋਰ ਵੀ ਕਈ ਸਾਰੇ ਨੇ, ਜੋ ਉੱਥੇ ਦੀ ਫੈਕਲਟੀ ਹੈ, ਮੈਨੂੰ ਇਹ ਪਤਾ ਹੈ ਕਿ ਫੈਕਲਟੀ ਬਾਏ ਦ ਟਾਈਮ ਉਹਨੂੰ ਅਪਡੇਟ ਹੋਣਾ ਵੀ ਜ਼ਰੂਰੀ ਹੈ ਆਪਣੇ ਆਪ ਲਈ, ਤੇ ਉਸ ਲਈ ਵੀ ਉਹਨਾਂ ਲਈ ਵੀ ਕੋਈ ਪ੍ਰੋਗਰਾਮ ਹੈ ਟੀਚਰਸ ਵਾਸਤੇ ਵੀ? ਯਾ ਵੀ ਹੈਵ ਅ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ। ਅੱਛਾ, ਸੋ ਹੁਣੇ ਮੈਨੂੰ ਤੁਹਾਨੂੰ ਦੱਸਣਾ ਕਿ ਪੰਜਾਬ ਦੇ ਟੈਕਨੀਕਲ ਸੈਕਟਰੀ ਟੈਕਨੀਕਲ ਹਾਇਰ ਟੈਕਨੀਕਲ ਐਜੂਕੇਸ਼ਨ ਆਈ ਸੀ, ਤਾਂ ਜਿਵੇਂ ਸਾਡੇ ਪੋਲੀਟੈਕਨਿਕ ਹੈ ਜੀ, ITIs ਨੇ ਜੀ, ਤਾਂ ਨਾਂਦੇ ਟੀਚਰ ਨੂੰ ਕਿਵੇਂ ਸਕਿੱਲ ਦਿੱਤਾ ਜਾਵੇ ਕਿ ਉਹ ਜਿਹੜੀ ਨਵੀਂ ਟੈਕਨੋਲੋਜੀ ਨੂੰ ਯੂਜ਼ ਕਰਕੇ ਬੱਚੇ ਨਿਕਾਲਣ ਨਾ। ਹੁਣ ITI ਚ ਔਰ ਪੋਲੀਟੈਕਨਿਕ ਅਗਰ ਪੁਰਾਣਾ ਕਰਿਕੂਲਮ ਪੜ੍ਹਾ ਰਹੇ ਨੇ ਤਾਂ ਉਹ ਬੱਚੇ ਤਾਂ ਸਾਡੇ EMPLOYED ਨਹੀਂ ਬਣਨੇ ਵਾਲੇ। ਮਾਫ ਕਰਨਾ, ਜਦੋਂ ਮੈਂ ਤੁਹਾਡੇ ਇਸ ਇੰਸਟੀਚਿਊਟ ਦੇ ਵਿੱਚ ਐਂਟਰ ਕਰ ਰਿਹਾ ਸੀ ਨਾ, ਤਾਂ ਮੇਰੇ ਸਾਥੀ ਜੋ ਟੈਕਨੀਕਲ ਐਂਡ ਤੇ ਖੜੇ ਨੇ ਉਹ ਇਹ ਕਹਿ ਰਹੇ ਸੀ ਕਿ ਅਸੀਂ ITI ਰੋਪੜ ਆ ਗਏ। ਮੈਂ ਕਿਹਾ ITI ਨਹੀਂ IIT ਆਇਆ। ਮੈਂ ਹੱਸ ਰਿਹਾ ਸੀ ਉਹਨੇ, ਬਟ ਗੱਲ ਕਰਦੇ ਨੂੰ ਇਹ ਗੱਲ ਯਾਦ ਆ ਗਈ ਕਿ ITI ਜੋ ਸਾਡੇ ਮਤਲਬ ਕਿ ਜਦੋਂ ਅਸੀਂ ਬੱਚੇ ਸੀ ਉਦੋਂ ਕਹਿੰਦੇ ਕਿ ITI ਕਰ ਲੇਗਾ ਤਾਂ ਨੌਕਰੀ ਲੱਗ ਜਾਏਗੀ ਨਾ, ਉਹ ITIs ਜੋ ਅੱਜ ਪ੍ਰੈਜ਼ੈਂਟ ਸਟੇਟ 'ਚ ਹੈਗੀਆਂ ਨੇ, ITI ਨੂੰ IIT ਕਿਸ ਤਰ੍ਹਾਂ ਕੰਪਨਸੇਟ ਕਰ ਸਕਦਾ ਹੈ? ਭਾਈ ਦੇਖੋ ਭਾਈ, ਜੋ ਇੰਸਟੀਚਿਊਟ ट्रेनिंग बिकॉज जितना भी साड़ी इंडस्ट्री है, अगर ਤੁਸੀਂ ਫਲੋਰ ਤੇ ਜਾਓਗੇ ਤਾਂ ਕੌਣ ਕੰਮ ਕਰਦਾ ਹੈ? ਸਾਡੇ ITI ਵਾਲੇ ਜਾਂ ਪੋਲੀਟੈਕਨਿਕ ਵਾਲੇ ਜੀ। बीटेक वाले इंजीनियर तो ऑफिस बैठते ना, चाय कॉफी वाले चाय कॉफी तो मान लो ऑफिस है, एयर कंडीशन ऑफिस बैठते हैं। फ्लोर ਤੇ ਜਿਹੜਾ ਕੰਮ ਬੱਚਾ ਕਰਦਾ ਹੈ ਉਹ ITI ਤੇ ਪੋਲੀਟੈਕਨਿਕ ਪਾਸ ਹੈ। ਅਗਰ ਅਸੀਂ ਉਹਨੂੰ ਟ੍ਰੇਨ ਕਰ ਦਾਂਗੇ, ਉਹਦੀ ਸਕਿਲਿੰਗ ਕਰ ਦਾਂਗੇ,
तो Efficiency साड़ी बढ़ेगी। एनर्जी कम लगेगी और मैन्युफैक्चरिंग सेक्टर साड़ा बूम करेगा, नानू जॉब मिलेगा। तो अभी क्या है कि जो हमारे जो फैक्ट्रीज में काम करने के लिए लोग नहीं है, जो स्किल्ड लोग नहीं है, स्किल्ड, यस। जो स्किलिंग है वो बहुत पुरानी स्किलिंग है, तो हमको स्किलिंग करानी है, तो उसको नई टेक्नोलॉजी और आईआईटी कैन गिव देम ए न्यू टेक्नोलॉजी व्हिच दे कैन ट्रेन। तो हम उनके टीचर को ट्रेन कर देंगे, देन दिस टीचर कैन ट्रेन देयर ओन स्टूडेंट्स। ਤੁਸੀਂ ਆਈਟੀਆਈ ਦੀ ਗੱਲ ਕੀਤੀ, ਹੁਣ ਮੈਨੂੰ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਗਿਆ। ਪੰਜਾਬ ਦੇ ਵਿੱਚ ਟੈਕਸਟਾਈਲ ਇੰਡਸਟਰੀ ਬਹੁਤ ਵੱਡੀ ਹੈ, ਲੁਧਿਆਣੇ ਦੀ ਗੱਲ ਕੀਤੀ, ਹੋਰ ਥਾਵਾਂ ਤੇ ਕਰੀਏ ਅਸੀਂ, ਬਹੁਤ ਸਾਰੀ ਚੀਜ਼ਾਂ ਨੇ। ਇੰਡਸਟਰੀ ਜੋ ਗਰਾਊਂਡ ਤੇ ਕੰਮ ਕਰ ਰਹੀ ਹੈ, ਉਸ ਦੇ ਜੋ ਲੇਬਰ ਹੈ ਜਾਂ ਉਸ ਦੇ ਜੋ ਟੈਕਨੀਕਲ ਲੋਕ ਨੇ, ਉਹਨਾਂ ਨੂੰ ਵੀ ਐਨਰਿਚ ਕਰਨ ਵਾਸਤੇ ਪ੍ਰੋਗਰਾਮ ਚਲਾ ਸਕਦੇ ਹੋ ਤੁਸੀਂ, ਜਾਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ? हाँ हाँ बिल्कुल बिल्कुल, बिकॉज वी आर वर्किंग ऑन ऑल local industry, especially the medium scale industries or small scale industries, and we have always this industry academia week, जी। जिसमें जो लोकल जो इंडस्ट्रीज है उनकी क्या प्रॉब्लम है, वो हम कैसे सोल्व कर सकते हैं। उनके पास तो रिसर्च इंफ्रास्ट्रक्चर नहीं है, उनके पास रिसर्च लैब नहीं है, तो हम उनकी वो जो रिसर्च से रिलेटेड प्रॉब्लम्स हैं, कोई टेस्ट करना है, वो हम उनको करते हैं। और दिस इज़ वी डू आल्सो एज ए सोशल रिस्पॉन्सिबिलिटी। जी। तो इससे क्या होता है कि हमारा जो मैक्सिमम इंडिया का जो यूथ है वो मीडियम स्केल इंडस्ट्रीज में एम्प्लॉयड है, दैट्स अ बिगर जॉब प्रोवाइडर। जी। तो उनको उनकी जो प्रॉब्लम्स हैं उनको बाहर ना जाना पड़े, उनकी प्रॉब्लम यहाँ पे रोपड़ में बैठ के हम सॉल्व कर देते हैं, क्योंकि हमारे पास तो सोफिस्टिकेटेड लैब्स हैं, तो हम इजीली सॉल्व कर सकते हैं, तो वो उनकी हम हेल्प कर सकते हैं। और वेस्टर्न कंट्री में यही होता है, वेस्टर्न कंट्री में कोई भी इंडस्ट्री जो होती है वो R&D में इतना ज़्यादा पैसा नहीं निकालती, बोलते हैं जब यूनिवर्सिटीज़ हैं तो मुझे R&D करने की क्या जरूरत है, आई विल गिव देम ए प्रॉब्लम, आई विल गिव देम ए मनी, दे विल डू R&D फॉर मी, व्हाई आई शुड सेट अप R&D लैब्स इन माय इंडस्ट्री। बिल्कुल। तो इंडस्ट्री और एकेडमिया का बहुत क्लोज रिलेशन है, और हमको साथ में मिलकर काम करना है। ਪੰਜਾਬ ਦੇ ਲੋਕ ਨਾ ਕਈ ਅਗਾਂਹਵਧੂ ਲੋਕ ਵੀ ਨੇ, ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕ ਵੀ ਨੇ, ਤੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇਖੋ ਜੀ ਬੜਾ ਪਿੱਛੇ ਹੋ ਗਿਆ ਬਿਕੋਜ਼ ਆਫ ਸਰਟਨ ਰੀਜ਼ਨਸ, ਸਾਰੀ ਚੀਜ਼ਾਂ ਨੇ। ਪਰ ਪੰਜਾਬ ਨੂੰ ਪ੍ਰੋਗਰੈਸ ਦੇ ਇੱਕ ਹੋਰ ਪਾਇਦਾਨ ਤੇ ਅੱਗੇ ਲੈ ਕੇ ਜਾਣ ਲਈ ਆਈਆਈਟੀ ਰੋਪੜ ਦੇ ਡਾਇਰੈਕਟਰ ਕੀ ਕਹਿੰਦੇ ਆ ਕਿ ਆਈਆਈਟੀ ਰੋਪੜ ਕਿਸ ਤਰ੍ਹਾਂ ਸਹਾਈ ਸਾਬਤ ਹੋ ਸਕਦਾ ਹੈ? भाई देखो, पंजाब वाज नोन फॉर इनोवेशन, जी। पंजाब वाज द मोस्ट इनोवेटिव स्टेट। अभी हम इनोवेशन की बात करते हैं, जो पंजाब में आप कहते थे पहले जुगाड़, वो इनोवेशन है वो, जी, है ना। अभी हम इनोवेशन की बात करते हैं ना, तो हमने को क्या करना, जो हमारा यूथ है जो पहले बाहर जाता है उसको कैसे रोकना है, क्योंकि पंजाब से चलन ज़्यादा है, क्योंकि माइग्रेशन ज़्यादा है, उनको कैसे रोक के उनको यहाँ पे ही वो अच्छी एजुकेशन देनी है जो वो बाहर लेना चाहते थे। जी। भाई अगर किसी भी स्टेट का, किसी कंट्री का अगर यूथ वहाँ नहीं रहेगा तो उस स्टेट का डेवलपमेंट कैसे होगा? जी। सो वी हैव ए प्रोग्राम हाउ वी कैन ट्रेन दोज यूथ। सो वी आर वर्किंग विद द गवर्नमेंट ऑर्गेनाइजेशन कि उनको पंजाब में ही रखें। मैं तो मेरे से आपके कोई बच्चा बोलता है मैं कनाडा जाना है, मैंने कनाडा क्यों जाना है भाई, ये सब चीज़ें तो तू यहाँ पे भी कर सकते हैं ना। एंड व्हेन विल बी स्टेड हियर, ही विल बी अटैच विद द कंट्री, ही विल अटैच विद द स्टेट, एंड ही विल स्टैट विद हिज ओन लैंड। ਤੁਹਾਡੇ ਕੈਂਪਸ ਦੇ ਸਾਰੇ ਇਸ ਸਮੇਂ ਸਟੂਡੈਂਟ, ਚਾਹੇ ਉਹ ਗ੍ਰੈਜੂਏਸ਼ਨ ਵਾਲੇ ਹੋਣ ਜਾਂ PhD ਵਾਲੇ ਹੋਣ, ਤੁਹਾਨੂੰ ਸੁਣ ਰਹੇ ਆ। ਤੁਸੀਂ ਨੋ ਡਾਊਟ ਉਹਨਾਂ ਵਾਸਤੇ ਅਪਰੋਚੇਬਲ, ਪੂਕੀ, ਕਿਊਟ ਪ੍ਰੋਫੈਸਰ ਦੇ ਤੌਰ ਤੇ, ਟੀਚਰ ਦੇ ਤੌਰ ਤੇ, ਡਾਇਰੈਕਟਰ ਦੇ ਤੌਰ ਤੇ ਜਾਣੇ ਜਾਂਦੇ ਹੋ। ਪਰ ਇਸ ਧਰਤੀ ਤੇ ਖੜ ਕੇ ਤੁਸੀਂ ਜਿੰਨੇ ਵੀ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਪੜ੍ਹ ਰਹੇ ਆ, ਉਹਨਾਂ ਵਾਸਤੇ ਇੱਕ ਜੋ ਮੈਸੇਜ ਉਹ ਕੀ ਦੇਣਾ ਚਾਹੋਗੇ? हैप्पी लाइफ, क्रिएटिव लाइफ और प्रोग्रेस लाइफ, प्रॉस्परस लाइफ वास्ते? मैं देखो, अगर आप जब हैप्पीनेस का इंडेक्स देखते हो ना जी, एंड वो आर द मोस्ट हैप्पीएस्ट कंट्री इन द वर्ल्ड, तो इसमें नॉर्डिक कंट्रीज आते हैं, जैसे एक स्वीडन भी है। जी। सो व्हाट हैप्पीनेस वी कैन गिव बैक, जो मेरे इंजीनियर्स के लिए, यहाँ के जो इंजीनियर्स के लिए और एनीबॉडी के लिए एक ये मैसेज यही है कि जो भी काम करो उसको ओनरशिप लेके करना है। जी। और ये कंट्री, ये इंस्टीट्यूट, जो मेरी कंपनी, ये सब मेरी हैं। जैसे कंपनी किसी डायरेक्टर की नहीं है, किसी ओनर की नहीं है, ये इंस्टीट्यूट किसी वाइस चांसलर का नहीं है, डायरेक्टर का नहीं है, ये हमारा इंस्टीट्यूशन है। तो अगर हम ओनरशिप लेके काम करेंगे और एक टीम में मिलके काम करेंगे, हमको इंडिविजुअल पर्सन नहीं बनना भाई, हमको इंडिविजुअल डेवलपमेंट नहीं चाहिए, हमको एक सोसाइटी का डेवलपमेंट चाहिए। जी। सोसाइटी का डेवलपमेंट कैसे होगा? जब हम सब लोग मिलके साथ में काम करेंगे। जी। एंड वी शुड फॉरगेट अबाउट आवर जेलसी, क्योंकि जो आज ज़्यादा है, वो जरूर ज़्यादा है हमारे, हम अपने पड़ोसियों से ज़्यादा जलते हैं, हाँ। है ना। मैं अपना, मुझे पड़ोसियों का ज़्यादा ध्यान रहता है ना, हाँ, वो कितने सुखी है। तो हमको वो नहीं करना है। हाँ। वी शुड गो एज ए टीम।
भाई हम कहते हैं जो भी कंट्री यूरोप में जब थोड़ा अच्छा करते हैं तो वहाँ पे एक वो फीलिंग है, सोसाइटियल फीलिंग है। तो हमको सोसाइटी के लिए काम करना है, ना कि मुझे इंडिविजुअल कि मेरा ग्रोथ हो जाए, मेरा घर साफ रहे, पड़ोसी का घर चाहे गंदा रहे ना, वो वाली फीलिंग नहीं लानी है। और जो भी हमारे इंजीनियर्स हैं दे शुड गो इन कोर इंजीनियरिंग ब्रांचेस, कि सबको कंप्यूटर साइंस में ही नहीं जाना है, हाँ, कोर एक्सप्लोर करो। वाह भाई, आप तो पूरा वर्ल्ड पढ़ा भाई, आपके पास तो इतनी अपॉर्चुनिटी है, जी। आप तो आपको इतने एंटरप्रेन्योरशिप करने की, तो स्टार्टअप की आपको पॉसिबिलिटी है, जी। आपको कौन रोक सकता है? स्टार्टअप करने के लिए तो आपको इंजीनियरिंग की डिग्री भी नहीं चाहिए, यू कैन वी डू स्टार्टअप फ्रॉम स्कूल्स आल्सो। बिल्कुल। तो ओनली थिंग इज द वी हैव टू टेक व्हाट एवर वी डू विद हार्ट एंड टेकिंग द ओनरशिप, और अपना समझ के काम करना है और टीम में काम करना है। ਥੈਂਕ ਯੂ ਸੋ ਮਚ ਸਰ। ਰਾਜੀਵ ਜੀ ਜੋ ਆਈਆਈਟੀ ਰੋਪੜ ਦੇ ਡਾਇਰੈਕਟਰ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਔਰ ਜਿਨ੍ਹਾਂ ਨੂੰ ਤੁਸੀਂ ਇੰਟਰਨੈਟ ਦੇ ਉੱਪਰ ਅਕਸਰ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਕਿ ਕੋਈ ਡਾਇਰੈਕਟਰ ਇੰਨਾ ਕੂਲ ਕਿਵੇਂ ਹੋ ਸਕਦਾ ਜਦ ਕਿ ਇੰਨੀ ਸਾਰੀ ਜ਼ਿੰਮੇਵਾਰੀਆਂ ਮੋਢੇ ਤੇ ਹੈਗੀਆਂ, ਪਰ ਕਿਉਂਕਿ ਉਹਨਾਂ ਨੇ ਜ਼ਿੰਦਗੀ ਬਹੁਤ ਵੱਡੀ ਦੇਖੀ ਹੈ, ਬਹੁਤ ਜ਼ਿਆਦਾ ਆਪਣੇ ਅਕੈਡਮਿਕਸ ਦੇ ਵਿੱਚ, ਰਿਸਰਚ ਦੇ ਵਿੱਚ ਕੰਮ ਕੀਤਾ, ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਅੱਜ ਦੀ ਜਨਰੇਸ਼ਨ ਦੇ ਨਾਲ ਹੱਥ ਮਿਲਾ ਕੇ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ। ਔਰ ਜੋ ਉਹਨਾਂ ਨੇ ਸਾਡੀ ਇਸ ਇੰਟਰਵਿਊ ਦੇ ਵਿੱਚ ਗੱਲ ਕਹੀ ਵੀ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਉਹਨਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਔਰ ਸਾਡੀ ਇਹ ਕੋਸ਼ਿਸ਼ ਸੀ ਕਿ ਆਈਆਈਟੀ ਰੋਪੜ ਦੇ ਵਿੱਚ ਖੜ ਕੇ ਇਹ ਇੰਸਟੀਚਿਊਟ, ਟੈਕਨੋਲੋਜੀ ਨਾਲ ਰਿਲੇਟਡ ਇੰਸਟੀਚਿਊਟ, ਪੰਜਾਬ ਦੇ ਭਲੇ ਦੇ ਲਈ ਔਰ ਦੇਸ਼ ਦੇ ਭਲੇ ਦੇ ਲਈ, ਡਿਫੈਂਸ ਦੇ ਭਲੇ ਦੇ ਲਈ, ਔਰ ਸਭ ਤੋਂ ਅੰਤ ਦੇ ਵਿੱਚ ਐਗਰੀਕਲਚਰ ਦੇ ਭਲੇ ਦੇ ਲਈ ਕਿਸ ਹਿਸਾਬ ਨਾਲ ਕੰਮ ਕਰ ਰਿਹਾ ਹੈ। ਤੁਸੀਂ ਸਾਡੇ ਨਾਲ ਜੁੜੇ ਇਸ ਵੀਡੀਓ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ।